सत श्री अकाल, सलाम, नमस्कार, आदाब, सब सत्कार है सज्जनों ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਸ਼ਨੀਵਾਰ ਦੀ ਸਵੇਰ ਭਾਰਤੀ ਸਮਾਂ 6:04 ਹੋ ਚੁੱਕੇ ਨੇ ਤੇ 7 ਅਗਸਤ ਸਨ 2021 ਅਤੇ ਸੌਣ ਮਹੀਨਾ ਚੱਲ ਰਿਹਾ। 23 ਸੌਣ ਨਾਨਕਸ਼ਾਹੀ ਸੰਮਤ 553 ਹੋ ਚੁੱਕਾ ਹੈ। ਸੌਣ ਦਾ ਮਹੀਨਾ ਯਾਰੋ ਸੌਣ ਦਾ ਮਹੀਨਾ ਹੈ, ਕਦੇ ਕੱਸੀ ਤੇ ਕਦੇ ਢਿੱਲੀ ਦੌਣ ਦਾ ਮਹੀਨਾ ਹੈ। ਸੋ ਸੌਣ ਮਹੀਨੇ ਦੀ ਜੋ ਖਾਸੀਅਤ ਹੈ ਉਸ ਮੁਤਾਬਕ ਸਪੋਰਟਸ ਦੀਆਂ ਚਰਚਾਵਾਂ, ਸੰਸਦ ਦੀਆਂ ਚਰਚਾਵਾਂ ਤੇ ਸਿਆਸਤ ਦੀਆਂ ਚਰਚਾਵਾਂ ਤੇ ਬਹੁਤ ਸਾਰੀਆਂ ਹੋਰ ਚਰਚਾਵਾਂ ਸੌਣ ਮਹੀਨੇ ਦੇ ਦੌਰਾਨ ਹੋ ਰਹੀਆਂ ਨੇ। ਜਿਵੇਂ ਸਿਆਸਤਦਾਨਾਂ ਨੂੰ ਵਹਿਮ ਪਿਆ ਕਿ ਸੌਣ ਦੇ ਅੰਨੇ ਨੂੰ ਚਾਰੇ ਪਾਸੇ ਹਰਾ ਹੀ ਹਰਾ ਦਿੰਦਾ, ਕਿਉਂਕਿ ਜਿਹੜਾ ਬੰਦਾ ਸੌਣ ਮਹੀਨੇ ਅੰਨਾ ਹੋ ਜਾਂਦਾ ਹੈ, ਜੋਤਹੀਣ ਹੋ ਜਾਂਦਾ ਹੈ, ਤੇ ਉਹਨੂੰ ਲੱਗਦਾ ਕਿ ਸ਼ਾਇਦ ਸਾਰਾ ਸਾਲ ਹੀ ਸੌਣ ਰਹਿੰਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਸਿਆਸਤਦਾਨਾਂ ਨੇ ਵਹਿਮ ਪਾ ਲਿਆ ਕਿ ਸ਼ਾਇਦ ਹਰਿਆਵਲ ਹੀ ਹਰਿਆਵਲ ਹੈ, ਕਿ ਰਾਜ ਭਾਗ ਆਪਣਾ ਹੀ ਰਹਿਣਾ। ਨਹੀਂ, ਰਾਜ ਭਾਗ ਬਦਲਣਗੇ, ਬੜਾ ਕੁਝ ਹੋਏਗਾ, ਕਿਉਂਕਿ ਕਿਸਾਨ ਜੋ ਕੁਝ ਕਰ ਰਹੇ ਨੇ ਉਸ ਦੌਰਾਨ ਜੋ ਦਿਖਦਾ ਉਹ ਹੈ ਨਹੀਂ, ਜੋ ਹੈ ਉਹ ਸੱਤਾਧਾਰੀਆਂ ਨੂੰ ਦਿਖਦਾ ਨਹੀਂ। ਇੱਕ ਪਾਸੇ ਜਿੱਥੇ ਸਪੋਰਟਸ ਦੀਆਂ ਖੇਡਾਂ ਦੀਆਂ ਚਰਚਾਵਾਂ ਨੇ, ਦੂਸਰੇ ਪਾਸੇ ਜੋ ਸਿਆਸੀ ਖੇਡਾਂ ਚੱਲ ਰਹੀਆਂ ਨੇ ਉਸ ਦੀਆਂ ਵੀ ਚਰਚਾਵਾਂ ਨੇ। ਇਹਨਾਂ ਖੇਡਾਂ ਦੇ ਮੱਦੇਨਜ਼ਰ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਨਾਂ ਤੇ ਰੱਖਿਆ ਗਿਆ ਖੇਲ ਰਤਨ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ, ਜਿਹੜਾ ਪਹਿਲਾਂ ਰਣਜੀਤ ਦੇ ਨਾਂ ਤੇ ਸੀ, ਉਸ ਨੂੰ ਲੈ ਕੇ ਵੀ ਸਿਆਸਤ ਹੋ ਰਹੀ ਹੈ। ਪਰ ਵਿਰੋਧੀਆਂ ਨੇ ਆਖਿਆ ਕਿ ਠੀਕ ਹੈ, ਧਿਆਨ ਚੰਦ ਜੀ ਨੂੰ ਯਾਦ ਕੀਤਾ ਸਤਿਕਾਰਤ ਹੈ, ਪਰ ਤੁਸੀਂ ਕੀ ਕਰ ਰਹੇ ਹੋ? ਮੋਦੀ ਸਾਹਿਬ ਕਹਿੰਦੇ ਸਾਨੂੰ ਲੋਕਾਂ ਦਾ ਸੁਨੇਹਾ ਆਉਂਦਾ ਸੀ ਕਿ ਰਾਜੀਵ ਗਾਂਧੀ ਦੇ ਨਾਂ ਤੇ ਰੱਖੇ ਇਸ ਖੇਲ ਰਤਨ ਦਾ ਨਾਮ ਬਦਲਿਆ ਜਾਵੇ ਤੇ ਇਸ ਦੀ ਜਗ੍ਹਾ ਮੇਜਰ ਧਿਆਨ ਚੰਦ ਦੇ ਨਾਂ ਤੇ ਇਹ ਨਾਂ ਰੱਖਿਆ ਜਾਵੇ। ਇਸ ਕਰਕੇ ਅਸੀਂ ਲੋਕਾਂ ਦੀ ਮੰਗ ਤੇ ਇਹ ਤਬਦੀਲੀ ਕੀਤੀ ਹੈ। ਹੁਣ ਦੱਸੋ ਕਿ ਮੋਦੀ ਸਾਹਿਬ ਨੂੰ ਕਿਹਨੇ ਚਿੱਠੀ ਪਾਈ ਹੈ? ਕਹਿੰਦੇ ਦੇਸ਼ ਵਾਸੀਆਂ ਵੱਲੋਂ ਕੀਤੀਆਂ ਅਪੀਲਾਂ ਸਨ ਕਿ ਖੇਲ ਰਤਨ ਦਾ ਪੁਰਸਕਾਰ ਮੇਜਰ ਧਿਆਨ ਚੰਦ ਦੇ ਨਾਂ ਤੇ ਰੱਖਿਆ ਜਾਵੇ। ਪਰ ਕਿਹੜੇ ਦੇਸ਼ ਵਾਸੀ ਸਨ? ਦੱਸ ਦਿਓ, ਪ੍ਰੂਵ ਕਰੋ। ਇਹ ਠੀਕ ਹੈ ਕਿ ਕੁਝ ਬੀਜੇਪੀ ਵਾਲੇ ਕਹਿੰਦੇ ਨੇ ਕਿ ਕਾਂਗਰਸ ਮੁਕਤ ਕਰਨੀ ਹੈ, ਤੁਹਾਡਾ ਮੁੱਖ ਏਜੰਡਾ ਕਰੋ ਜੀ, ਸਦਕੇ ਜਿੰਨੇ ਵੀ ਕਰਪਟ ਨੇ, ਗਾਂਧੀ ਕੋਈ ਸਾਡਾ ਮਸੇਰ ਨਹੀਂ। ਗਾਂਧੀ ਦੇ ਨਾਂ ਤੇ, ਗਾਂਧੀ ਪਰਿਵਾਰ ਦੇ ਨਾਂ ਤੇ 400-500 ਯੋਜਨਾਵਾਂ ਚੱਲਦੀਆਂ ਨੇ, ਕਰੋ ਬੰਦ। ਮਸਲਨ ਹਰ ਸਿਆਸਤਦਾਨ ਆਪਣਾ ਨਾਂ ਚਮਕਾਉਂਦਾ ਹੈ। ਮਾਇਆਵਤੀ ਤੋਂ ਲੈ ਕੇ ਬੇਅੰਤ ਸਿੰਘ ਵਰਗੇ ਲੋਕ ਜਿਉਂਦੇ ਜੀ ਆਪਣੇ ਨਾਂ ਤੇ ਕਾਲਜਾਂ, ਵੱਡੇ ਪ੍ਰੋਜੈਕਟਾਂ ਦਾ ਨਾਂ ਰੱਖਦੇ ਨੇ, ਤੇ ਮੋਦੀ ਸਾਹਿਬ ਵੀ ਉਹੀ ਕਰ ਰਿਹਾ। ਜੇ ਬੇਅੰਤ ਸਿੰਘ ਦੀ ਸਭ ਤੋਂ ਪਹਿਲਾਂ ਆਲੋਚਨਾ ਹੋਈ ਸੀ ਕਿ ਗੁਰਦਾਸਪੁਰ ਦੇ ਕਾਲਜ ਦਾ ਨਾਂ ਉਹਨਾਂ ਨੇ ਬਦਲ ਆਪਣੇ ਨਾਂ ਤੇ ਰੱਖਿਆ ਸੀ, ਬੇਅੰਤ ਸਿੰਘ ਕਾਲਜ ਜਿਉਂਦੇ ਜੀ। ਉਸ ਤੋਂ ਬਾਅਦ ਮਾਇਆਵਤੀ ਨੇ ਜਿਉਂਦੇ ਜੀ ਆਪਣੇ ਨਾਂ ਤੇ ਪ੍ਰੋਜੈਕਟ ਰੱਖੇ, ਤੇ ਮੋਦੀ ਸਾਹਿਬ ਨੇ ਆਪਣੇ ਨਾਂ ਤੇ ਕਹਿੰਦੇ ਦੇਸ਼ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਉਹਦਾ ਨਾਂ ਰੱਖਿਆ, ਗੁਜਰਾਤ ਦੇ ਸਟੇਡੀਅਮ ਦਾ ਆਪਣੇ ਨਾਂ ਤੇ ਉਦਘਾਟਨ ਕੀਤਾ। ਉਹ ਤੇ ਉਹੀ ਗੱਲ ਹੋ ਗਈ ਜੋ ਸਰਦਾਰ ਕਪੂਰ ਸਿੰਘ ਨੇ ਆਪਣੇ ਆਪ ਨੂੰ ਕਾਰ ਦਾ ਤੇ ਆਪਣੇ ਆਪ ਨੂੰ ਹੀ ਵੈਪਨ ਦਾ ਲਾਇਸੈਂਸ ਆਪ ਹੀ ਨੌ ਕਰਵਾ ਲਿਆ, ਆਪ ਹੀ ਡੀਸੀ ਸੀ ਤੇ ਆਪ ਹੀ ਅਰਜੀ ਕਰਤਾ ਹੋ ਗਏ। ਪਹਿਲਾਂ ਫਾਈਲ ਲੈ ਕੇ ਖਾਲੀ ਕੁਰਸੀ ਦੇ ਮੂਹਰੇ ਖੜੇ ਹੋਏ ਤੇ ਫਿਰ ਭੱਜ ਕੇ ਆ ਕੇ ਡੀਸੀ ਸਰਦਾਰ ਕਪੂਰ ਸਿੰਘ ਆਪਣਾ ਸਾਈਨ ਕਰ ਗਏ ਲਾਇਸੈਂਸ ਲੈਣ ਦਾ। ਉਹੀ ਕੰਮ ਇਹ ਕਰ ਰਹੇ ਹੋ। ਸੋ ਇਸ ਕਰਕੇ ਜਦੋਂ ਦੇਸ਼ ਇੰਨਾ ਸਤਿਕਾਰ ਕਰਦਾ, ਸਿੱਕਾ ਤੁਹਾਡਾ ਸਾਰਾ ਚੱਲਦਾ, ਫਿਰ ਆਪਣੇ ਨਾਂ ਨੂੰ ਕਾਇਮ ਰੱਖਣ ਦੇ ਵਾਸਤੇ ਇਸ ਤਰ੍ਹਾਂ ਦੀ ਕੱਚ ਕੱਢਦਾ। ਕਾਂਗਰਸ ਕਹਿੰਦੇ ਠੀਕ ਹੈ, ਧਿਆਨ ਚੰਦ ਦਾ ਨਾਮ ਬਰਦਾਸ਼ਤ ਹੈ, ਪਰ ਕੀ ਸਾਹਿਬ ਮਿਲਖਾ ਸਿੰਘ ਹੋਰਾਂ ਨੇ ਜੋ ਕੁਝ ਕੀਤਾ ਹੈ, ਕੀ ਇਹਨਾਂ ਸਟੇਡੀਅਮਾਂ ਦਾ ਨਾਮ ਮਿਲਖਾ ਸਿੰਘ ਦੇ ਨਾਂ ਤੇ ਨਹੀਂ ਹੋਣਾ ਚਾਹੀਦਾ? ਅਰੁਣ ਜੇਤਲੀ ਦੀ ਕੀ ਕਾਬਲੀਅਤ ਹੈ ਖੇਡਾਂ ਦੇ ਨਾਂ ਤੇ? ਮੋਦੀ ਸਾਹਿਬ ਤੁਹਾਡੀ ਕੀ ਕਾਬਲੀਅਤ ਹੈ? ਸਿਰਫ ਸਿਆਸੀ ਖੇਡਾਂ ਕਿ ਲੋਕਾਂ ਦੀ ਰੱਤ ਵਹਾਉਣ ਤੋਂ ਇਲਾਵਾ ਤੁਸੀਂ ਸਿਆਸਤਦਾਨਾਂ ਨੇ ਕੀਤਾ ਕੀ ਹੈ? ਇਸ ਦੌਰਾਨ ਚਾਰੇ ਪਾਸੇ ਜਿਹੜੀਆਂ ਸਪੋਰਟਸ ਦੀਆਂ ਚਰਚਾਵਾਂ ਨੇ, ਪਰ ਇਸ ਸਿਲਸਿਲੇ ਵਿੱਚ ਕਈ ਮਾਮੇ ਭਾਣਜੇ ਵੀ ਰਗੜੇ ਗਏ ਨੇ। ਕੈਪਟਨ ਅਮਰਿੰਦਰ ਦੇ ਖਾਸਮ ਖਾਸ ਖੇਮੇ ਚੋਂ ਮੁੜ ਕੇ ਉਹਦੇ ਵਿਰੋਧੀ ਖੇਮੇ 'ਚ ਸ਼ਾਮਲ ਹੋਏ ਮਦਨ ਲਾਲ ਜਲਾਲਪੁਰ ਦਾ ਜਲਾਲ ਵੀ ਫਿੱਕਾ ਪੈ ਰਿਹਾ। ਚਰਨਜੀਤ ਭੁੱਲਰ ਦੀਆਂ ਵੀ ਰਿਪੋਰਟਾਂ ਨੇ, ਹੋਰ ਵੀ ਮੀਡੀਆ 'ਚ ਰਿਪੋਰਟਾਂ ਛਾਈਆਂ ਨੇ ਕਿ ਖੁਰਾਕ ਸਕੈਂਡਲ ਹੋਇਆ। ਜੰਡਿਆਲਾ ਦਾ ਇੱਕ ਫੂਡ ਇੰਸਪੈਕਟਰ ਜਸਦੇਵ ਸਿੰਘ ਜਸ ਨੇ ਬਦਨਾਮੀ ਖੱਟ ਗਿਆ। ਮਦਨ ਲਾਲ ਜਲਾਲਪੁਰ ਘਨੌਰੀਏ ਕਾਂਗਰਸੀ ਐਮਐਲਏ ਦੇ ਵਾਸਤੇ ਜਸਦੇਵ ਸਿੰਘ ਨੇ ਘਪਲੇ ਕੀਤੇ ਨੇ। 16 ਕਰੋੜ ਦੀ ਸਰਕਾਰੀ ਕਣਕ ਖੁਰਦ-ਬੁਰਦ ਕੀਤੀ ਹੈ ਤੇ ਮਾਮੇ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਮਾਮੇ ਦਾ ਨਾਮ ਬਦਨਾਮ ਕਰ ਗਿਆ ਮਦਨ ਲਾਲ ਜਲਾਲਪੁਰ ਦਾ। ਕਿਤੇ ਨਾ ਕਿਤੇ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਦੇ ਤੌਰ ਤੇ ਵੀ ਚਰਚਿਤ ਹੈ, ਪਰ ਜਲਾਲਪੁਰ ਕਹਿੰਦਾ ਕਿ ਮੇਰਾ ਭਾਣਜਾ ਜ਼ਰੂਰ ਹੈ
ਤੇ ਮੇਰਾ ਉਹਦੇ ਨਾਲ ਕੋਈ ਤਾਲੁਕ ਸੰਬੰਧ ਨਹੀਂ ਹੈ। ਇੰਨਾ ਕਿ ਜ਼ਰੂਰ ਹੈ ਕਿ ਮੈਂ ਮਹਿਕਮੇ ਨੂੰ ਜ਼ਰੂਰ ਕਿਹਾ ਸੀ ਕਿ ਇਹ ਬਿਮਾਰ ਹੈ, ਮਾਨਸਿਕ ਰੋਗੀ ਹੈ ਤੇ ਕਣਕ ਦੀ ਖੁਰਦ-ਬੁਰਦ ਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਪਰ ਜਿਸ ਤਰ੍ਹਾਂ ਕਣਕ ਜਾਂ ਹੋਰ ਅਨਾਜ ਦੀ ਵੰਡ ਨੂੰ ਲੈ ਕੇ ਇਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਲੁਧਿਆਣੇ ਵਾਲੇ ਆਸ਼ੂ ਜਿਹੜੇ ਮੰਤਰੀ ਨੇ ਭਰਤ ਭੂਸ਼ਣ ਆਸ਼ੂ, ਉਸ ਦੀ ਆਲੋਚਨਾ ਕੀਤੀ ਸੀ ਕਿ ਕੁਝ ਜਿਹੜੇ ਅਨਾਜ ਵਾਲੇ ਕਾਰਡ ਰੱਦ ਹੋਏ ਸੀ, ਕਿਉਂ ਕਈ ਕਾਰਨ ਬਣਦੇ ਨੇ। ਖੈਰ, ਇਸ ਦੌਰਾਨ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜ ਚੁੱਕੇ ਨੇ, ਬਾਕੀ ਵਿਸਤਾਰ ਉਹਨਾਂ ਤੋਂ ਜਾਣਾਂਗੇ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ, ਵੈਲਕਮ। ਮਿਹਰਬਾਨੀ। ਸੋ ਜੇ ਦੇਸ਼ ਦੇ ਵਿੱਚ ਵੇਖਿਆ ਜਾਵੇ ਤਾਂ ਸੰਸਦ ਚੱਲ ਰਹੀ ਹੈ, ਦੇਸ਼ ਦੀ ਹਰ ਵੱਡੀ ਛੋਟੀ ਅਖਬਾਰ ਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸਰਕਾਰ ਦੇ ਗੋਗੇ ਗਾਏ ਜਾਣ, ਪਰ ਮੈਂ ਵੇਖ ਰਿਹਾ ਇਸ ਖਿੱਤੇ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਚਰਚਾ ਕਿਸਾਨ ਸੰਸਦ ਦੀ, ਜਾਂ ਫਿਰ ਧਿਆਣੀਆਂ ਦੀ ਜਿਨ੍ਹਾਂ ਨੇ ਮੈਚ ਤਾਂ ਹਾਰੇ ਨੇ ਤੇ ਦਿਲ ਜਿੱਤੇ ਨੇ, ਜਾਂ ਹੋਰ ਖਿਡਾਰੀਆਂ ਦੀ, ਉਹ ਭਾਵੇਂ ਰਾਣੀ ਰਾਮਪਾਲ ਹੈ ਜਾਂ ਹੋਰ ਹੈ, ਉਹਨਾਂ ਦੇ ਜਜ਼ਬਾਤ ਤੇ ਖੇਡ ਪ੍ਰਬੰਧਾਂ ਦੇ ਵਿੱਚ ਹੋ ਰਹੀ ਘਪਲੇਬਾਜ਼ੀਆਂ ਦੀਆਂ ਚਰਚਾਵਾਂ ਨੇ, ਤੇ ਭਾਰਤੀ ਸੰਸਦ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਦੀਆਂ ਬਹੁਤੀਆਂ ਚਰਚਾਵਾਂ ਇਸ ਖਿੱਤੇ ਦੇ ਘੱਟੋ ਘੱਟ ਜਿਉਂਦੀ ਜ਼ਮੀਰ ਵਾਲੇ ਅਖਬਾਰਾਂ ਦੇ ਵਿੱਚ ਬਹੁਤੀਆਂ ਨਹੀਂ ਆ। ਦੂਜੇ ਤੀਜੇ ਪੇਜਾਂ ਤੇ ਜਾ ਕੇ, ਪੰਨਿਆਂ ਤੇ ਜਾ ਕੇ ਸੰਸਦ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦਾ ਵਿਵਰਣ ਹੈ, ਵੇਰਵਾ ਹੈ। ਤੇ ਜਿਸ ਤਰ੍ਹਾਂ 14 ਦੇ ਕਰੀਬ ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਪਿੱਛੇ ਬੈਠ ਕੇ ਉਹਨਾਂ ਨੂੰ ਸੁਣਿਆ, ਇਹ ਸ਼ਾਇਦ ਵੱਡੀ ਪ੍ਰਾਪਤੀ ਹੈ ਕਿਸਾਨ ਅੰਦੋਲਨ ਦੇ ਵਾਸਤੇ ਕਿ ਦੇਸ਼ ਦੇ PM ਇਨ ਵੇਟਿੰਗ ਹੋਣ, ਰਾਹੁਲ ਵਰਗੇ ਜਾਂ ਹੋਰ ਸਿਆਸੀ ਖਾਨਦਾਨਾਂ ਦੇ ਵਾਰਸ ਹੋਣ, ਉਹ ਵੀ ਪਿੱਛੇ ਕੁਰਸੀਆਂ ਤੇ ਬੈਠੇ ਮਾਤੜਾਂ ਵਾਂਗੂ ਇਸ ਕਿਸਾਨ ਸੰਸਦ ਦੀ ਹਾਜ਼ਰੀ ਭਰਦੇ ਰਹੇ। ਸ਼ਾਇਦ ਇਹ ਇੱਕ ਬਹੁਤ ਵੱਡਾ ਸੁਨੇਹਾ ਹੈ ਦੇਸ਼ ਦੇ ਲੋਕਾਂ ਦੇ ਵਾਸਤੇ ਕਿ ਜੇ ਪਬਲਿਕ ਇਕਜੁੱਟ ਹੋ ਜਾਵੇ ਤਾਂ ਪ੍ਰਧਾਨ ਮੰਤਰੀ ਕੀ, ਦੂਸਰੇ ਨੇਤਾ ਕੀ ਪਿਛਲੀਆਂ ਕਤਾਰਾਂ ਦੇ ਵਿੱਚ ਬਹਿਣ ਨੂੰ ਮਜਬੂਰ ਹੋ ਜਾਂਦੇ ਨੇ। ਇਹ ਆਵਾਮ ਨੇ ਦੱਸਿਆ, ਪਬਲਿਕ ਨੇ ਦੱਸਿਆ, ਇਹ ਪਬਲਿਕ ਓਪੀਨੀਅਨ ਨੇ ਦੱਸਿਆ। ਸੋ ਇਸ ਸੰਬੰਧੀ ਕਿਸਾਨਾਂ ਦੀ ਸੰਸਦ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਬੇਭਰੋਸਗੀ ਦੇ ਮਤੇ ਪਾਸ ਕੀਤੇ ਗਏ ਤੇ ਇਸੇ ਦੌਰਾਨ ਤੋਮਰ ਦਾ ਵੀ ਕੱਲ੍ਹ ਬਿਆਨ ਆ ਗਿਆ ਕਿ ਅਸੀਂ ਕਿਸਾਨਾਂ ਦੇ ਨਾਲ ਵਾਰਤਾ ਲਈ ਹਮੇਸ਼ਾ ਤਿਆਰ ਹਾਂ, ਪਰ ਕਿਸਾਨ ਜਿੱਦ ਛੱਡਣ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਦੀ। ਇਹ ਉੱਪਰੋਂ ਉੱਪਰੀ ਹੈਂਕੜ ਹੈ, ਪਰ ਜਿਵੇਂ 14 ਪਾਰਟੀਆਂ ਦੇ ਆਗੂ ਸਮੇਤ ਰਾਹੁਲ ਗਾਂਧੀ ਪਿਛਲੀਆਂ ਲਾਈਨਾਂ ਦੇ ਵਿੱਚ ਜਾ ਕੇ ਬੈਠੇ ਨੇ, ਇਹਦਾ ਮਤਲਬ ਰਾਲ ਵਗਲ ਲਈ ਹੈ ਕਿਸਾਨਾਂ ਨੇ ਪਾਰਲੀਮੈਂਟ ਦੇ ਆਲੇ ਦੁਆਲੇ। ਇਹ ਇੱਕ ਵੱਡੀ ਪ੍ਰਾਪਤੀ ਹੈ ਕਿ ਇਹ ਜਿਹੜੇ 14 ਪਾਰਟੀਆਂ ਦੇ ਨੇਤਾਵਾਂ ਦਾ ਉੱਥੇ ਪੁੱਜਣਾ ਤੇ ਕਿਤੇ ਨਾ ਕਿਤੇ ਦੇਸ਼ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਾਕਈ ਆਵਾਮ ਦੇ ਨਾਲ ਧੱਕਾ ਹੁੰਦਾ ਆਇਆ ਹੈ। ਕੀ ਕਹਿਣਾ ਚਾਹੋਗੇ ਸੁਰਿੰਦਰ ਵੀਰ ਇਸ ਮਸਲੇ ਤੇ, ਕਿਉਂਕਿ ਇੱਕ ਵੱਡੀ ਪ੍ਰਾਪਤੀ ਹੈ ਕਿਸਾਨ ਅੰਦੋਲਨ ਦੀ, 14 ਪਾਰਟੀਆਂ ਦਾ ਉਹਨਾਂ ਦੇ ਪਿੱਛੇ ਬੈਠ ਕੇ ਕਿਸਾਨਾਂ ਨੂੰ ਸੁਣਨਾ। ਜੀ ਸੁਰਿੰਦਰ ਵੀਰ। ਦੇਖੋ, ਅਖਬਾਰਾਂ ਦੀ ਸੁਰਖੀ ਅੱਜ ਬਣੀ ਆ, ਆਪਾਂ ਕੱਲ ਸੁਰਖੀ ਇਹਦੀ ਬਣਾ ਦਿੱਤੀ ਸੀ ਜਦੋਂ ਆਪਾਂ ਇਹਨੂੰ ਸ਼ਾਮ ਦੇ ਪ੍ਰੋਗਰਾਮ 'ਚ ਲਿਆ ਸੀ ਕਿ ਇਹ ਜਿਹੜੀਆਂ 14 ਪਾਰਟੀਆਂ ਚੱਲ ਕੇ ਆਈਆਂ ਨੇ ਤੇ ਕਿਸਾਨੀ ਸੰਸਦ ਦੇ ਵਿੱਚ ਆ ਕੇ ਬੈਠੇ ਨੇ। ਥਾਂ ਇਹਨਾਂ ਦੀ ਉਸ ਪਾਰਲੀਮੈਂਟ 'ਚ ਸੀ, ਪਰ ਕਿਤੇ ਨਾ ਕਿਤੇ ਮਜਬੂਰ ਹੋ ਗਏ। ਇਹਨਾਂ ਨੂੰ ਪਤਾ ਲੱਗ ਗਿਆ ਕਿ ਉਸ ਪਾਰਲੀਮੈਂਟ ਨੂੰ ਰਸਤਾ ਇੱਥੋਂ ਜਾਣਾ, ਇਹਨਾਂ ਨੂੰ ਸਮਝ ਆ ਗਈ ਤੇ ਇਹਨਾਂ ਨੇ ਪਿਛਲੀ ਕਤਾਰ 'ਚ ਆ ਕੇ ਬੈਠਣਾ ਜਿਹੜਾ ਉਹ ਠੀਕ ਸਮਝਿਆ ਤੇ ਗੱਲ ਵੀ ਚੰਗੀ ਆ। ਔਰ ਜਿੱਥੋਂ ਤੱਕ ਕਿਸਾਨੀ ਅੰਦੋਲਨ ਦਾ ਸਵਾਲ ਸੀ, ਕਿਸਾਨੀ ਅੰਦੋਲਨ ਦੀ ਜਿੱਤ ਹੋਵੇ ਨਾ ਹੋਵੇ, ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਜਾਣ, ਉਹ ਬਾਅਦ ਦਾ ਸਵਾਲ ਆ। 2024 ਤੱਕ ਲਟਕਣ, ਨਵੀਂ ਸਰਕਾਰ ਆਵੇ, ਉਹ ਮੰਨੇ ਕੌਣ ਆ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਇਹ ਹੈ ਕਿ ਘੱਟੋ ਘੱਟ ਕਿਸਾਨੀ ਸੰਸਦ ਨੇ ਇਹ ਦੱਸ ਦਿੱਤਾ ਕਿ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਸੀ ਉਹਨਾਂ ਨੇ 5 ਸਾਲ ਤੱਕ ਹੈਂਕੜ ਨਹੀਂ ਦਿਖਾਈ, 2 ਸਾਲਾਂ ਬਾਅਦ ਹੀ ਝੁਕ ਕੇ ਆ ਕੇ ਕਿਸਾਨੀ ਸੰਸਦ 'ਚ ਬੈਠਣ ਲਈ ਮਜਬੂਰ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਜੇ ਇੱਥੇ ਨਾ ਬੈਠੇ ਤੇ ਉਹ ਜਿਹੜੇ ਸੱਤਾਧਾਰੀ ਧਿਰ ਬੈਠੀ ਉਹਦਾ ਰਸਤਾ ਤੇ ਬੰਦ ਹੋਣਾ, ਨਾਲ ਸਾਡੇ ਵਾਲਾ ਵੀ ਬੰਦ ਹੋਣਾ। ਇਹ ਕਿਤੇ ਨਾ ਕਿਤੇ ਆਪਣਾ ਰਸਤਾ ਤਲਾਸ਼ਣ ਦੀ ਵੀ ਕਵਾਇਤ ਇੱਥੋਂ ਹੀ ਆ। ਪਰ ਚੰਗੀ ਆ, ਰਸਤਾ ਤਲਾਸ਼ਣ ਜਾਣਾ ਤਾਂ ਉੱਥੇ ਕਿਸੇ ਨਾ ਕਿਸੇ ਨੇ ਹੈ ਆ। ਭਾਵੇਂ ਕੱਲ ਨੂੰ ਕਿਸਾਨ 2024 ਦੀ ਚੋਣ ਲੜਨ ਤੇ ਚਾਹੇ ਵਿਰੋਧੀ ਧਿਰ ਜਾਵੇ, ਜਾਣਾ ਤਾਂ ਕਿਸੇ ਨਾ ਕਿਸੇ ਨੇ ਹੈਗਾ। ਪਰ ਇਹ ਆ ਕਿ ਇਹ ਇੱਕ ਚੰਗਾ ਮੈਸੇਜ ਗਿਆ ਕਿ ਘੱਟੋ ਘੱਟ ਉਹ ਆ ਕੇ ਇਸ ਕਿਸਾਨੀ ਅੰਦੋਲਨ ਦੇ ਵਿੱਚ, ਇਹ ਕਿਸਾਨੀ ਸੰਸਦ 'ਚ ਬੈਠਿਆ। ਇਹ ਬੜਾ ਵੱਡਾ ਮੈਸੇਜ ਆ ਤੇ ਬੜਾ ਵੱਡਾ ਭਾਰਤ ਦੀ ਸਿਆਸਤ ਨੂੰ ਇੱਕ ਝਟਕਾ, ਤੇ ਜਦੋਂ ਝਟਕਾ ਲੱਗੇ ਤੇ ਝਟਕੇ 'ਚੋਂ ਹੀ ਬਹੁਤ ਕੁਛ ਜਿਹੜਾ ਉਹ ਬਾਹਰ ਆਇਆ ਕਰਦਾ ਹੁੰਦਾ ਕਿ ਜਿਹੜੇ ਹੰਕਾਰ ਹੁੰਦੇ ਆ ਉਹ ਇਹ ਅੰਦੋਲਨ ਹੀ ਤੋੜਿਆ ਕਰਦੇ ਹੁੰਦੇ ਆ। ਜੀ
ਸੋ ਇਹ ਜਿਹੜਾ ਵਰਤਾਰਾ ਹੈ ਕਿ ਹੁਣ ਤਾਏ ਦੀ ਧੀ ਚੱਲੀ ਤੇ ਮੈਂ ਵੀ ਰਹਾ ਕਿਉਂ ਕੱਲੀ, ਹੁਣ ਹਰ ਵੱਡੇ ਛੋਟੇ ਨੇਤਾ ਦਾ ਇਹ ਕੋਸ਼ਿਸ਼ ਰਹੇਗੀ, ਇਹ ਅਡੰਬਰ ਰਹੇਗਾ ਕਿ ਯਾਰ ਆਪਣੇ ਇਲਾਕੇ 'ਚ ਮਾੜਾ ਮੋਟਾ ਕੋਈ ਕਿਸਾਨ ਅੰਦੋਲਨ ਚੱਲਦਾ, ਮੈਂ ਉੱਥੇ ਜਾ ਕੇ ਵੀ ਗੱਲ ਕਰਾਂ ਕਿ ਦੇਖੋ ਪਾਰਲੀਮੈਂਟ 'ਚ ਇਹ ਕੁਛ ਕੀਤਾ, ਕਿਉਂਕਿ ਆਵਾਮ ਦੇ ਸਿਰ ਤੇ ਹੀ, ਪਬਲਿਕ ਦੇ ਸਿਰ ਤੇ ਹੀ, ਜਨਤਾ ਦੇ ਸਿਰ ਤੇ ਹੀ ਇਹ ਜੁਗਾੜੂ ਬੰਦੇ ਰੰਕ ਤੋਂ ਰਾਜੇ ਬਣਦੇ ਨੇ। ਅਦਰਵਾਈਜ਼ ਇਹਨਾਂ ਦੀ ਔਕਾਤ ਕੀ ਹੈ ਨਾ। ਭਾਵੇਂ ਪਿੰਡ ਦਾ ਪੰਚ ਹੋਵੇ ਉਹ ਵੀ ਵੋਟਾਂ ਨਾਲ ਪੰਚ ਬਣਨਾ, ਤੇ ਭਾਵੇਂ PM ਹੋਵੇ ਉਹ ਵੀ ਵੋਟਾਂ ਨਾਲ ਬਣਨਾ, ਭਾਵੇਂ EVM ਵੀ ਥੋੜੀ ਮਦਦ ਕਰਦੀ ਹੈ। ਹੁਣ ਇਹ ਜਿਹੜਾ ਪਹਿਲੀ ਵਾਰੀ ਸ਼ਾਇਦ ਇੰਡੀਆ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਇੱਕ ਮਿਸਾਲ ਬਣੀ ਹੈ ਕਿ ਦੇਸ਼ ਦੇ ਉੱਚ ਆਗੂ ਇੱਕ ਪਬਲਿਕ ਪ੍ਰੋਟੈਸਟ ਦੇ ਵਿੱਚ ਪਿਛਲੀਆਂ ਲਾਈਨਾਂ ਦੇ ਵਿੱਚ ਬੈਠਣ ਨੂੰ ਬਿਨਾਂ ਬੁਲਾਏ ਆ ਕੇ ਬਹਿਣ ਨੂੰ ਮਜਬੂਰ ਹੋਏ ਨੇ। ਸੋ ਇਹ ਵਰਤਾਰਾ ਹੁਣ ਭਾਰਤ ਭਰ ਦੇ ਵਿੱਚ ਤੇ ਕੁਦਰਤੀ ਹੈ, ਕਿਉਂਕਿ ਪਾਰਲੀਮੈਂਟ ਦਾ ਰਸਤਾ ਜਿਵੇਂ ਤੁਸੀਂ ਦੱਸਿਆ ਜਾਂ ਵਿਧਾਨ ਸਭਾ ਦਾ ਰਸਤਾ ਕਿਸਾਨ ਅੰਦੋਲਨ 'ਚੋਂ ਹੀ ਨਿਕਲਦਾ। ਜੇ ਉਹ ਲੋਕਾਂ ਦੇ ਸਕੇ ਸੋਧਰੇ ਬਣਨਗੇ ਤਾਂ ਹੀ ਇਹਨਾਂ ਨੂੰ ਮਾੜੀ ਮੋਟੀ ਕੋਈ ਵੋਟ ਪਊਗੀ। ਇੱਕ ਮੇਰੇ ਖਿਆਲ ਬਹੁਤ ਵਧੀਆ ਇਹ ਪੈਟਰਨ ਹੈ ਜਿਨ੍ਹਾਂ ਨੇ ਅਪਣਾਇਆ। ਦੂਸਰੇ ਪਾਸੇ ਜਿਹੜੇ ਕਹਿੰਦੇ ਸੀ ਕਿ ਦੀਪ ਸਿੱਧੂ ਵਰਗੇ ਜਾਂ ਹੋਰ ਲੋਕ ਕਹਿੰਦੇ ਸੀ ਕਿ ਕੀ ਫਰਕ ਪੈਣਾ, 200 ਬੰਦਾ ਗਲਾਂ 'ਚ ਆਈ ਕਾਰਡ ਪਾ ਕੇ ਜਾ ਰਿਹਾ ਕਿ ਅਸੀਂ ਉੱਥੇ ਬੈਠੇ ਹਾਂ, ਉਹਦੀ ਵੈਲਿਊ ਕੀ ਹੈ। ਜੇ ਭੀੜ ਇਕੱਠੀ ਹੋ ਕੇ ਚਲੀ ਜਾਂਦੀ, ਜਿਵੇਂ ਵਾਟਰ ਕੈਨਨ ਵਾਲਾ ਨਵਨੀਤ ਕਹਿੰਦਾ ਸੀ ਕਿ ਅਸੀਂ ਗਦੈਲੇ ਵਿਛਾ ਕੇ ਪਾਰਲੀਮੈਂਟ 'ਚ ਬੈਠਾਂਗੇ, ਅਗਲੇ ਨੇ ਚੱਕ ਕੇ ਗਦੈਲੇ ਜੇਲ੍ਹ 'ਚ ਮਾਰਨਾ ਸੀ। ਜਿਹੜਾ ਇਹ ਪੈਟਰਨ ਤਰੀਕੇ ਦਾ ਪ੍ਰੋਟੈਸਟ ਦਾ ਬਣਾਇਆ, ਨਾ ਤਾਂ ਇਹਦੇ 'ਚ ਪਬਲਿਕ ਨੂੰ ਕੋਈ ਨੁਕਸਾਨ ਹੈ, ਕਿਸੇ ਦਾ ਅੜਿੱਕਾ ਨਹੀਂ ਪਿਆ। ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੰਸਦ ਆਪਣੀ ਜੋ ਚਲਾਈ ਹੈ ਉਸ ਦੇ ਵਿੱਚ ਹਰ ਮੁੱਦੇ ਨੂੰ ਉਹਨਾਂ ਨੇ ਜਸਟੀਫਾਈ ਕੀਤਾ, ਡਿਫੈਂਡ ਕੀਤਾ, ਭੰਡਿਆ, ਦੋਨੇ ਪੱਖ ਰੱਖੇ ਨੇ। ਜਾਣੀ ਆਪਣੀ ਗੱਲ ਮੀਡੀਆ ਤੱਕ ਵੀ ਪਹੁੰਚਾਈ ਹੈ ਤੇ ਆਪਣੇ ਇਸ ਜੰਤਰ ਮੰਤਰ ਦੇ ਧਰਨੇ ਦੇ ਮਾਧਿਅਮ ਦੇ ਨਾਲ ਆਮ ਮੱਧ ਵਰਗੀ ਬਿਲੋ ਪਾਵਰਟੀ ਬੰਦੇ ਤੱਕ ਵੀ ਪਹੁੰਚਾਈ ਹੈ ਜੇ ਮਾੜੀ ਮੋਟੀ ਕਿਤੇ ਕਵਰੇਜ ਗਈ ਹੈ। ਕੀ ਇਹ ਪੈਟਰਨ ਜਿਹੜਾ ਅਪਣਾਇਆ ਗਿਆ ਇਹ ਮੇਰੇ ਖਿਆਲ ਵੱਡੇ ਧਰਨੇ ਕਰਨ ਜਾਂ 26 ਤਰੀਕ ਦੇ ਜਿਹੜਾ ਰੋਡ ਮਾਰਚ ਸੀ ਉਸ ਦੇ ਨਾਲੋਂ ਮੈਂ ਸਮਝਦਾ ਕਿ ਜ਼ਿਆਦਾ ਬਿਹਤਰ ਰਿਹਾ, ਸ਼ਾਂਤਮਈ ਪਰ ਸਟਰੋਂਗ ਰਿਹਾ, ਕਿਉਂਕਿ ਇਹਦੇ 'ਚ ਹਰ ਨੇਤਾ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਯਾਰ ਇਹ ਤਰੀਕਾ ਜ਼ਰੂਰ ਹੈ ਕਿ ਆਪਣੇ ਆਪਣੇ ਖਿੱਤੇ, ਜਿਵੇਂ ਰਾਜਾ ਵੜਿੰਗ ਕਹਿੰਦਾ ਸੀ ਆ ਘੇਰਿਆ ਹੋਇਆ ਪਰਸੋਂ, ਕਹਿੰਦਾ ਚਲੋ ਜਿੱਥੇ ਕਹੋ ਮੈਂ 6 ਮਹੀਨੇ ਤੁਹਾਡੇ ਨਾਲ ਬਹਿਣਾ। ਮਤਲਬ ਮਜਬੂਰੀ ਹੋ ਗਈ ਹੈ ਦੇਸ਼ ਦੇ ਹਰ ਸਿਆਸਤਦਾਨ ਦੀ ਕਿਸਾਨ ਅੰਦੋਲਨ ਦੇ ਨਾਲ, ਆਵਾਮ ਨਾਲ ਜੁੜਨਾ, ਇਸ ਪਾਰਲੀਮੈਂਟ ਦੀ ਬਿਨਾਹ ਤੇ ਜੋ ਕਿਸਾਨਾਂ ਨੇ ਸ਼ੁਰੂ ਕੀਤੀ ਹੈ, ਜਾਂ ਉਹ ਹਿੰਸਕ ਅੰਦੋਲਨ ਜਿਹਦੇ ਵਿੱਚ ਭੀੜ ਨੇ ਸਰਕਾਰਾਂ ਦੀ ਸਹਾਇਤਾ ਕੀਤੀ ਹੈ, ਉਹ ਬਿਹਤਰ ਸੀਗਾ। ਪਾਰਲੀਮੈਂਟ ਨੂੰ ਘੇਰਨਾ ਬਿਹਤਰ ਸੀ ਜਾਂ ਇਹ ਪ੍ਰੋਸੈਸ ਜੋ ਇਹਨਾਂ ਨੇ ਅਪਣਾਇਆ ਇਹ ਬਿਹਤਰ ਹੈ? ਜੀ ਦੇਖੋ, ਗੱਲ ਕੀ ਹੈ ਕਿ ਹਮੇਸ਼ਾ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾਂਦਾ ਹੁੰਦਾ। ਜਿਹੜਾ ਵੀ ਅੰਦੋਲਨ ਹੁੰਦਾ ਉਹ ਪ੍ਰੈਸ਼ਰ, ਜੇ ਉਹ ਪ੍ਰੈਸ਼ਰ ਬਣਾਉਂਦਾ, ਪ੍ਰੈਸ਼ਰ ਜੇ ਬਣ ਗਿਆ ਤਾਂ ਫਿਰ ਸਰਕਾਰ ਚੁੱਕਦੀ ਆ। ਤੇ ਸਰਕਾਰ ਦਾ ਹਮੇਸ਼ਾ ਇੱਕ ਮਕਸਦ ਹੁੰਦਾ ਕਿ ਅੰਦੋਲਨ ਹਿੰਸਕ ਹੋਵੇ। ਜਦੋਂ ਅੰਦੋਲਨ ਹਿੰਸਕ ਹੋ ਗਿਆ ਫਿਰ ਸਰਕਾਰ ਨੂੰ ਖੜਾਉਣਾ ਸੌਖਾ ਹੋ ਜਾਂਦਾ। ਸਰਕਾਰਾਂ ਦੀ ਕਵਾਇਤ ਰਹੀ ਹੈ ਹੁਣ ਤੱਕ, ਉਹਨਾਂ ਆਪਣੇ ਏਜੰਸੀਆਂ ਦੇ ਬੰਦੇ ਵਿੱਚ ਵਾੜਨੇ ਆ, ਜਾਂ ਯੂਨੀਅਨ ਜਿਹੜੀ ਹੁੰਦੀ ਉਹਦੇ ਚੋਂ ਕੁਝ ਬੰਦੇ ਖਰੀਦਣੇ ਆ, ਖਰੀਦ ਕੇ ਉਹਨਾਂ ਨੂੰ ਜਿਹੜਾ ਦਾਨ ਦਕਸ਼ਨਾ ਦੇਣੀ ਆ ਤੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹਨੂੰ ਹਿੰਸਕ ਕਰ ਦਿਓ, ਤਾਂ ਹਿੰਸਕ ਹੋ ਜਾਂਦੇ ਆ। ਜਦੋਂ ਹਿੰਸਕ ਹੋ ਗਿਆ ਫਿਰ ਉਹ ਖੰਡਾਉਣੇ ਸੌਖੇ ਆ ਤੇ ਫਿਰ ਭੋਗ ਪੈ ਜਾਂਦਾ। ਭੋਗ ਪੈਣ ਤੋਂ ਬਾਅਦ ਸਾਰਿਆਂ ਨੇ ਘਰੇ ਹੀ ਜਾਣਾ ਹੁੰਦਾ, ਫਿਰ ਕਿੱਥੇ ਜਾਣਾ। ਕਿਸੇ ਦੀ ਲੱਤ ਤੋੜੀ ਹੁੰਦੀ, ਕਿਸੇ ਦੀ ਬਾਂਹ ਤੋੜੀ ਹੁੰਦੀ, ਕਿਸੇ ਦਾ ਸਿਰ ਪਾਟਾ ਹੁੰਦਾ ਤੇ ਕੋਈ ਹਾਲ ਬੌੜਿਆ ਕਰਦਾ ਤੁਰੇ ਜਾਂਦਾ ਹੁੰਦਾ। ਇਹ ਕੁਝ ਚੱਲਦਾ। ਹੁਣ ਗੱਲ ਤਾਂ ਇਹ ਸੀ ਕਿ ਇਹ ਜਿੰਨਾ ਕੋ ਸ਼ਾਂਤਮਈ ਰਿਹਾ ਅੰਦੋਲਨ, ਸ਼ਾਂਤਮਈ ਰਹਿਣ ਨੇ ਹੀ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਇਸ ਬੁਲੰਦੀ ਤੱਕ ਪਹੁੰਚਾਇਆ। ਤੇ ਇਸ ਬੁਲੰਦੀ ਤੇ ਜਾਂਦਿਆਂ ਜਾਂਦਿਆਂ ਹੁਣ ਇਹ ਹੋ ਗਿਆ ਕਿ ਸਾਰੀ ਆਪੋਜੀਸ਼ਨ ਜਿਹੜੀ ਉਹਨੂੰ ਝੁਕਣਾ ਪੈ ਗਿਆ। ਵੱਡੀ ਗੱਲ ਇਹ ਆ ਕਿ ਜਿੱਦਣ ਤੋਂ ਕਿਸਾਨੀ ਸੰਸਦ ਚੱਲੀ ਆ ਉਦੋਂ ਤੋਂ ਉਹਨਾਂ ਦਾ ਸਪੀਕਰ ਵੀ ਆ, ਉਹਨਾਂ ਦਾ ਡਿਪਟੀ ਸਪੀਕਰ ਵੀ ਆ, ਤੇ ਹਰ ਬੁਲਾਰਾ ਉੱਥੇ ਜਿਹੜਾ ਉਹ ਗੱਲ ਰੱਖਦਾ ਆਪਣੀ, ਠੀਕ ਆ, ਉਹਨੂੰ ਐਜ ਏ ਮੈਂਬਰ ਪਾਰਲੀਮੈਂਟ ਲੈਂਦੇ ਆ ਜਿਹੜੇ 200 ਜਾਂਦੇ ਉਹ। ਔਰ ਵੱਡੀ ਗੱਲ ਇਹ ਆ ਕਿ ਉੱਥੇ ਐਗਰੀਕਲਚਰ ਮਿਨਿਸਟਰ ਵੀ ਆਉਂਦਾ, ਉੱਥੇ ਪਹਿਲਾ ਮੁੱਦਾ ਡਿਸਾਈਡ ਹੋ ਕੇ ਜਾਂਦਾ ਕਿ ਅੱਜ ਕਿਸ ਮੁੱਦੇ ਦੇ ਉੱਤੇ ਉੱਥੇ ਬਹਿਸ ਚੱਲਣੀ ਆ। ਪਰ ਉਹ ਬਹਿਸ ਜਦੋਂ ਚੱਲ ਰਹੀ ਆ ਤੇ ਉਹਨੂੰ ਘੱਟੋ ਘੱਟ ਇਹ ਤੇ ਸੀਗੀ ਕਿ ਜਿਹੜੇ ਪਾਰਲੀਮੈਂਟ ਮੈਂਬਰ ਆਏ ਨੇ, ਭਾਵੇਂ ਉਹ ਵਿਰੋਧੀ ਧਿਰ ਨਾਲ ਸੰਬੰਧਿਤ ਸੀਗੇ ਤੇ ਉਹ 'ਚ ਬਹੁਤੇ ਪਹਿਲਾਂ ਮੰਤਰੀ ਵੀ ਰਹੇ ਹੋਣਗੇ, ਉਹ ਦੇਖਦੇ ਹੋਣਗੇ ਕਿ ਇਹ ਉਹ ਵਾ ਜਿਹੜੇ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਆ, ਪਰ ਇਹਨਾਂ ਨੂੰ ਇਹ ਕੁਝ ਵੀ ਪਤਾ ਕਿ ਸੰਸਦ ਦੀ ਕਾਰਵਾਈ ਕਿੱਦਾਂ ਚਲਾਉਣੀ ਤੇ ਇੱਥੇ ਚੱਲ ਕਿੱਦਾਂ ਰਹੀ ਆ।
घट्टो घट्ट आने वाले समय 'ਚ संसद की कार्रवाई चलाउण लई भी ते किते ना किते इत्थों अकल जिहड़ी वो मिल सकती आ कि लोगों ने जिन्हां नूं चुन के भेजिया ये नहीं कोई पार्लीमेंट दे विच हल्ला गुल्ला करके ते टाइम बर्बाद करके घरां नूं आ जाण बैठ के इस तरह मसले भी हल हो सकते आ। एक वो मैसेज भी है इहदे चों और वो मैं कहना चंगा लग्या और सोचते होणगे जाके पार्लीमेंट आके बैठ तो गए ठीक है जिहड़ियां 3-4 पार्टियां नहीं आईयां वो सोचणगियां कि असीं क्यों नहीं गए पर क्योंकि हुण सियासी मजबूरियां ने सारियां दियां एक दे नाल दूजी धिर जिहड़ी वो इकट्ठी नहीं चल सकदी पर जिन्नियां भी आईयां ने जिहड़ियां 14 पार्टियां आईयां ने वो सोचते तो होणगे बैठे आ बैठ के देख के आपस च ये तो मशवरा हुंदा होऊगा जाके आपस च विदन पार्टी भी रात मशवरा करते होणगे कि उन्हां दी डिबेट जिहड़ी वो किन्नी कुछ वधिया सी ते किस मुद्दे ते आई ते किद्दां उन्हां खेती कानून जिहड़े वो रद्द कीते आ क्योंकि एजेंडा तो सारा पहला तय हुंदा कि अज इस मुद्दे ते गल करनी है। पहला एक दिन खेती कानूनां दे उत्ते होई सीगी खेती कानूनां ते हो के उहदे च बकायदा जिहड़ा एग्रीकल्चर मिनिस्टर बनाया सी उहनूं जदों कोई गल नहीं आई ते अखीर एग्रीकल्चर मिनिस्टर नूं इस्तीफा देना पिया। वो वक्री गल है कि सारियां ने सुर्खी बनाती कि खेतीबाड़ी मंत्री जिहड़ा भारत दा वो इस्तीफा दे गया वड्डियां सुर्खियां लातियां सी बहुतियां नूं बहुत सारा की कहंदे हुंदे आ भी पब्लिक तो सुर्खियां बटोरन दा जिहड़ा मसौदा घड़ लिया सीगा ते व्यूज चंगे मिल गए सीगे बहुत सारियां नूं पोस्टां भी चंगियां पईयां सी उस दिन पर कुल मिला के जो कुछ होया वधिया और इसे चों ही सारे रस्ते जिहड़े वो निकलने आ। हिंसा करोगे तो दूजे चौथे दिन सारा कुछ खिलार के अगले ने घर नूं तोड़ देना। ये तो शुक्र करो कि 26 वाले तो बच गए हो तो नहीं तो हुण तक बहुत कुछ खिल रहा होना सी। हाँ ये कह देना कि देखो अज फैसला हो जाए कल हो जाए फैसले जदों इदां दे मैच फस जाते ने फसे हुए मैच जिहड़े आ वो एडी जल्दी उहदे निबेड़े जिहड़े नहीं होया करदे हुंदे ते इसे करके वो लंबी कवैत लई बैठे आ। पर कुल मिला के आ कि किसानी अंदोलन आ मैं पहला कहा ਉਹਦਾ कोई फैसला ये मौजूदा सरकार भावें 2024 तक ना कर सके पर इस सरकार दे नकदम जिहड़ा वो कीता होया इस किसानी अंदोलन ने। जी पार्लीमेंट ਦਾ ਕੀ ਲੇਖਾ ਜੋਖਾ ਪਾਰਲੀਮੈਂਟ ਚੋਂ ਕੀ ਕੁਝ ਨਿਕਲਿਆ ਇਸ 2 ਹਫ਼ਤਿਆਂ ਦੇ ਦੌਰਾਨ ਤੇ ਕਿਸਾਨਾਂ ਨੂੰ ਵੀ ਤਕਰੀਬਨ ਅਗਲੇ ਸੋਮਵਾਰ ਤੋਂ ਫਿਰ ਸੰਸਦ ਜੁੜਨੀ ਹੈ। ਤਰੀਕ ਅੱਜ 7 ਹੋਈ ਹੈ 9 ਤਰੀਕ ਤੱਕ ਮੇਰੇ ਖਿਆਲ ਹੈ ਇਹਨਾਂ ਨੂੰ ਆ ਗਿਆ ਜਿਹਨੂੰ ਆਪਾਂ ਅਨੁਮਤੀ ਕਹਿਣ ਲੱਗ ਪਏ ਆ ਪੰਜਾਬੀ ਵਾਲੇ ਵੀ परमिशन धरने की की 9 नूं की कवैद रहेगी जां एक्सटेंड होने की उम्मीद है क्योंकि पार्लीमेंट ते 13 तक चलनी है 13 उस तो बाद फिर 15 अगस्त का सारा सिलसिला। हालांकि एजेंसियां नूं बड़ा सतर्क किया गया सीगा कि पाकिस्तानी खालिस्तानी ते किसानी ये तिन्नां दे पिछे इतफाकन नहीं लगदा नहीं वैसे नूं नूं भी कहा जांदा नहीं की करदियां तूं मतलब ना नहीं लिया जाता नहीं तू की करदी है माड़ा जिहा लफ्ज है नहीं। सो पाकिस्तानी खालिस्तानी किसानी वैसे हिंदुस्तानी भी हैगा जनानी भी बन जाता नहीं तो ये जिहड़ा सिलसिला कि किवें रहेगा सोमवार का सिलसिला किसानी का मेरे ख्याल जो परमिशन नहीं देणगे तो इन्ने क बंदे जे जबरी भी कर लैंदे किसान 13 तक अपना जंतर मंतर प्रदर्शन तो बेहतर रहेगा इन्हां नूं क्योंकि इहदे च कोई कानून नहीं टुटदा। जिवें लॉकडाउन खोलिया हालांकि छत्तीसगढ़ तो खबरां ने कि इस लॉकडाउन खोलण नाल 150 बच्चा 161 बच्चे करोना पीड़ित हो गए ने गुजरात दे विच 3-4 बच्चे करोना पीड़ित हो गए ने। जे सारे लॉकडाउन खुल रहा तो फिर जंतर मंतर ते जे किसान बिना परमिशन तो धरना लैंदे ने कोई आफत नहीं आ जाती। किवें रहेगा सोमवार का दिन संसद ते हुण तक संसद का लेखा जोखा की कहंदा सुरेंद्र जी क्योंकि कई बिल पास करवा ही दिते ने ते आखिर नूं जिथे कुत्ता फसना बूड़िया अड़ना ते जिथे सरकार का गड्ढा डईए पैना वो है बिजली सबसिडी सोध बिल। की रहेगी पार्लीमेंट की कार्रवाई जां की लेखा जोखा कर दो इस मॉनसून सैशन का? जी सुरेंद्र वीर देखो जिहड़े छोटे मोटे सोध बिल सी वो तो हमेशा पेश भी हुंदे ने बगैर उहदे तो की कहंदे अपने तो अब डिबेट तो जिहड़े आ वो पास हो गए आ ठीक है ना। हुण गल बिल रखिया गया बिल ते कोई डिबेट नहीं हुई कोई कुछ नहीं हुई। पहली गल तो सी जे बिल च सोध करनी आ ते वो बकायदा पहला डिपार्टमेंट जिहड़ा कैबिनेट च लैके आउंदा कैबिनेट नूं एजेंडा 1 हफ्ता पहला दिता जांदा उहदे ते बकायदा चर्चा हुंदी आ उस तो बाद उहनूं उत्थे पास किया जांदा फिर वो सिलैक्शन कमेटी नूं भेजिया जांदा। जिहड़ी सिलैक्शन कमेटी है पार्लीमेंट दी बनी हुई हर डिपार्टमेंट दी अलग अलग कमेटी बनी हुई अलग अलग पार्टियां दे उहदे च मैंबर पार्लीमेंट ने
फिर उत्थे हुंदा ਉਹਦੇ 'ਚ जे कोई सोध की गुंजाइश होवे ਉਹ सिफारिश करते हैं, फिर पार्लीमेंट दे विच लोक सभा 'ਚ पहला ला लो जां राज सभा 'ਚ किसी भी सदन 'ਚ ਉਹ पेश किया जा सकता। ਜਦੋਂ पेश किया उत्थे ਜਿਹੜੇ मैंबर पार्लीमेंट ने ਉਹਨਾਂ ਨੂੰ ਉਹਦਾ पूरा एजेंडा ਜਿਹੜਾ मुहैया करवाया जाता। ਜਦੋਂ एजेंडे ਦੇ ਉੱਤੇ ਕੋਈ ਵੀ ਉਹਦੇ 'ਚ ਸੋਧ ਦੀ ਗੁੰਜਾਇਸ਼ ਆ, ਜਦੋਂ ਮੰਗ ਰੱਖਣਗੇ ਤੇ ਉਹਦੇ ਤੇ ਜੇ ਜਾਇਜ਼ ਹੋਵੇ ਤੇ ਉਹਦੇ ਤੇ ਸੋਧ ਕੀਤੀ ਜਾਂਦੀ ਆ। फिर ਉਹੀ कुछ दूसरे सदन 'ਚ ਆਉਂਦਾ, ਉੱਥੇ ਵੀ ਇਹ कुछ ਹੁੰਦਾ, फिर पास हो के उस तो बाद ਉਹ ਰਾਸ਼ਟਰਪਤੀ ਕੋਲੇ ਜਾਂਦਾ। ठीक है, ਇਹ बेसिकली सारा सिस्टम आ। ਹੁਣ प्रॉब्लम ਇੱਥੇ ਕੀ ਆ, कैबिनेट 'ਚ ਕੀਤਾ ਸੀ, कैबिनेट 'ਚ भी ਕਿਸੇ ने नहीं पूछा, किहने किहा, कहते जी ਇਹ कहता सीगा होम मिनिस्टर ने तो प्राइम मिनिस्टर ने कहा सीगा कि ਇਹ ਸੋਧ बिल ले आओ। वो ले आंदा, मंत्री ਨੂੰ भी नहीं पता कि की करना की नहीं करना। जो उपरों लिखिया आया, जो ब्यूरोक्रेसी ने करता, उन्हें पार्लीमेंट 'ਚ रखिया। उन्हें कहा ये बिल एक सोध बिल पेश कर रहे जी। सोध बिल पहली तो गल उन्होंने पढ़ना चाहिए सी कि सोध बिल काहदे लिए, किस मकसद लिए, पर ना रौले रप्पे जे पढ़ होया ना कुछ होया, उन्होंने जबानी वोटां ना पास करके घर नूं तोड़ दिता, गल खत्म हो गई। इन्ना इस हिसाब दे बिल जिहड़े वो सारे दे सारे इस अंदोलन 'ਚ पास होए ने। तो कुदरती हुंदी सत्ताधारी तेरा बिल तो पास करा जांदी, पर जिहड़े मेन बिल आ उन्हां ते बूड़िया फसेगा, उन्हां ते एक दूजे ते मैक भी सुट्टे जाणगे, बड़ा कुछ होएगा, कोई सोन मुक्की होएगी, ओहदी कमीज फाड़ेगा, ओहदी फाड़ेगा, बहुत कुछ चलेगा। ठीक है ना। हुण इस तो अगे आ जाइए किसानां नूं, देखो अज ते कल 2 दिन संसद नहीं जोड़नी, ना पार्लीमेंट जोड़नी है ते ना किसानां वाली संसद, दोनों नहीं जोड़नियां। सोमवार जिहड़ा आखिरी दिन किसानां दे लई आ, उन्हां नूं परमिशन सोमवार तक दी आ। हो सकता परमिशन मिल जाए, ये भी हो सकता कि ना भी देण, क्योंकि किरकरी भी बहुत होगी केंद्र सरकार दी। ये बराबर जिहड़ा पार्लीमेंट सैशन ਚੱਲਿਆ वैसे जे दे देणगे चंगे रहणगे, नहीं तो किसानां नाल जे 4 दिन देखो बड़े सलीके नाल उन्हां ने कोई हील उज्जत नहीं की, बहुत वधिया तरीके नाल उन्हां ने अपना रखिया लोकतंत्र च। जिवें हुण विदेश मंत्री अमेरिका भी कहेगा कि लोकवाद दा सत्कार करो, है ना। जो एमनेस्टी इंटरनेशनल जिस तरह एक गुंडागर्दी करदियां ने सरकारां, मोदी साहब दा खास करके, वो बड़े सलीके नाल सारा कुछ चला रहे ने कि इतिहास बन रहा कि पार्लीमेंट दियां 14 पार्टियां आके पिछे बैठ गईयां। अगला कहंदा कोई गल ते हैगी आ ना, एक पीसफुल तरीके नाल, शांतमई तरीके दे नाल अपनी संसद चला रहे ने। जे तुसी लोकतंत्र च इन्ना भी हकूक नहीं दिंदे ते आना-लानी डिक्टेटरशिप है। सो इस करके जे तां शराफत नाल दे दिंदे ने, ठीक है। जे किसान वैसे भी जाके उत्थे 200 नहीं, जे 20 बंदे 20 आगू ही अपनी संसद ला दिंदे ने, तां इन्हां दे मूंह ते करारी चपेड़ होएगी। सियाणप इस गल च है कि जे वो अपलाई करदे ने तां उन्हां नूं मौका दिता जावे। हुण की बीजेपी देश भर दे विच प्रदर्शन नहीं कर रही जगह जगह ते? सो इस करके जे प्रदर्शन की आग्या नहीं देगी भारत सरकार, तां बदनामी उन्हां दी होनी है। सो एक कंध ते लिखिया सच है। चंगे रहणगे, उन्हां नूं पड़ास कढण जां अपना पक्ष रखण दा मौका देण। जी सुरेंद्र वीर। नहीं बिल्कुल मैं इहदे नाल सहमत हाँ, मौका देना चाहिए, पर पता कोई नहीं ना कि मौका तो दिता जाऊगा कि इस वक्त केंद्र सरकार दा रवैया की आ, कि केंद्र सरकार डरी आ कि डरा रही आ। दोनों चों उन्हें किधर नूं चलना वा, क्योंकि देखो किरकरी तो उहदी बहुत होई है परमिशन दे के। यह भी हो सकता कि उन्होंने ये होवे कि इनू सारे साबका इनू इत्थे ही रोक दो। ठीक है ना। जे परमिशन ना दिती तो फिर जंतर मंतर ते पहुंचना भी मुश्किल हो जाना, ये भी समस्या आनी है। ठीक है ना, एडा सौखा नहीं है। फिर भी पहुंचने मुश्किल हो जाने, तो 20 ना संसद भी नहीं चलनी है। ठीक है, पर यह है कि कुल मिला के ठीक है, जिन्नी को परमिशन दी उन्ने च जिन्नी को इन्हां दी खे कर दी इन्नी ही बहुत आ। ठीक है, पर जे परमिशन दे देंदे तद भी चंगा, नहीं देणगे तो फिर हो सकता वो संसद आपदी जिहड़ी आ ਸਿੰਘੂ बॉर्डर ते ला लैण। जे ਸਿੰਘੂ बॉर्डर ते भी संसद चला ली तो खे तद भी होएगी, बराबर कवरेज तो मिलेगी। कि देखो पहले हुण तक 9 तक उत्थे मिली सी, 9 तक उत्थे चल गई, अगले 4 दिन इत्थे चल गई, वो फिर इत्थे भी चला लैणगे। उत्थे नहीं जाणगे तो इत्थे चलाउणगे, क्योंकि आपां नूं पता फोर्स तो इन्नी लगी, इन्नी फोर्स च उत्थों तक पहुंचना बहुत मुश्किल आ। ते लड़ाई झगड़ा करके किसान भी पहुंचना नहीं चाहणगे, वो भी फिर चाहणगे कि ठीक आ धक्का मुक्की किन्नी को देर करांगे, क्योंकि परमिशन मिलने के बावजूद भी किसानां नूं रोजाना जिहड़ा वो जलील कीता जांदा रिहा वा, पर वो फिर भी उन्होंने हौसला नहीं हारिया, धक्का मुक्की करके उत्थों तक वो पहुंच गए।
पर यह परमिशन दे देणगे, खेत अद भी है, नहीं देणगे तो खेत अद भी है, दोनों बन्ने होनी आ। ये केंद्र सरकार ने देखना कि उन्होंने अपनी खेत जिहड़ी आ किहड़े तरीके दे नाल कराउणी आ, कि मिठियां मिठियां गल्लां नाल कराउणी आ कि गालां खा के कराउणी आ, वो उन्हां ते डिपेंड करदा। बिल्कुल, वैसे तो चंगी गल है, फराक दे लई है कि फराक दे लई दिखाउण। सो दूसरे पासे देश की स्थिति की बन रही है? देश के चारां थंमां दे उत्ते जिहड़ा सियासी थंम है ਉਹ ਸਾਰਿਆਂ ਨੂੰ ਸੁੱਟੀ ਜਾਂਦਾ। ਉਹ ਕਹਿੰਦਾ मैं ਕੱਲਾ ही बिल्डिंग ਸਾਂਭ ਲਊ, जिवें अजकल ਜਿਹੜਾ ਸਿੰਗਲ ਖੰਭੇ ਦੇ ਟਰਾਂਸਫਾਰਮਰ ਚੱਲਦੇ ਆ ਨਾ, ਪਰ ਉਹ ਸਿੰਗਲ ਖੰਭੇ ਤੇ ਚੱਲਦੇ ਟਰਾਂਸਫਾਰਮਰ ਟੁੱਟਦੇ ਆ, ਇਹ ਸਮੇਂ ਦਾ ਸੱਚ ਹੈ। ਪਰ ਇਹ ਵਹਿਮ ਸੱਤਾਧਾਰੀਆਂ ਨੂੰ ਕਿ ਸਾਡੇ ਸਿੰਗਲ ਖੰਭੇ ਤੇ ਹੀ ਲੋਕਤੰਤਰ ਖੜਾ। ਹੁਣ ਪਹਿਲਾਂ ਵੀ ਮੋਦੀ ਸਾਹਿਬ ਦੇ ਰਾਜ ਭਾਗ ਦੇ ਵਿੱਚ ਹੁਣ ਪਤਾ ਹੀ ਹੈ ਕਿ ਜੱਜ ਵੀ ਕੀ ਕਰਦੇ ਨੇ। ਇਹ ਠੀਕ ਹੈ ਕਿ ਇਸੇ ਲੋਕਾਂ ਦਾ ਹਿੱਸਾ ਨੇ ਜੱਜ ਵੀ। ਤੇ ਭਾਰਤ ਦੀ ਸੁਪਰੀਮ ਕੋਰਟ ਨੇ ਜਿਹੜਾ ਕੱਲ ਇੱਕ ਆਪਣੇ ਜਜ਼ਬਾਤ ਪੇਸ਼ ਕੀਤੇ ਨੇ ਕਿ ਭਾਈ ਜੱਜਾਂ ਦੀ ਬਹੁਤ ਬੇਕਦਰੀ ਹੋਈ ਹੈ, ਖਾਸ ਕਰਕੇ ਕੁਝ ਥਾਵਾਂ ਤੇ ਜਿਹੜਾ ਦੇਸ਼ ਦੇ ਜੱਜ ਨੇ ਉਹਨਾਂ ਨੂੰ ਫੇਸਬੁੱਕ ਤੇ YouTube ਤੇ ਬਹੁਤ ਗੰਦੀਆਂ ਧਮਕੀਆਂ ਮਿਲ ਰਹੀਆਂ ਨੇ। WhatsApp ਤੇ Facebook ਤੇ ਮਿਲਣ ਵਾਲੇ ਸੁਨੇਹੇ ਬੜੇ ਇਤਰਾਜ਼ਯੋਗ ਨੇ। ਇਸ ਸੰਬੰਧੀ ਤੁਸੀਂ ਵੇਖੋ ਕਿ ਮੋਦੀ ਸਾਹਿਬ ਤਾਂ ਕਹਿੰਦੇ ਅਸੀਂ ਰਾਮ ਰਾਜ ਲਿਆਂਦਾ, ਪਰ ਰਾਮ ਰਾਜ ਦੇ ਵਿੱਚ ਜਿਹੜੇ ਇਨਸਾਫ ਦੇਣ ਵਾਲੇ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਕਿੰਨੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਡੇ ਤੇ ਬਾਹਰੀ ਦਬਾਅ ਆ। ਫਿਰ ਇੱਕ ਜੱਜ ਸਾਹਿਬ ਵੱਡਾ ਫੈਸਲਾ ਕਰਕੇ ਅਯੁੱਧਿਆ ਦਾ ਤੇ ਉਹ LMA ਬਣ ਗਏ, ਹੈ ਨਾ। ਤੇ ਉਹ ਕਹਿੰਦੇ ਸੀ ਗਗੋਈ ਸਾਹਿਬ ਕਹਿੰਦੇ ਮੈਂ ਸਹੁੰ ਚੁੱਕ ਲਾਂ ਫਿਰ ਮੈਂ ਦੱਸੂ ਵੀ ਮੈਂ ਕਿਉਂ MC ਬਣਿਆ, ਸੌਰੀ MP ਬਣਿਆ। ਪਰ ਹੁਣ ਜਿਸ ਤਰ੍ਹਾਂ ਜੱਜਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਦੇ ਵਿੱਚ ਦੇਸ਼ ਦੀਆਂ ਵੱਡੀਆਂ ਏਜੰਸੀਆਂ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ। ਸੋ ਦੇਸ਼ ਦੀ ਸਭ ਤੋਂ ਸਿਖਰਲੀ ਅਦਾਲਤ ਦੇ ਮੁੱਖ ਜੱਜ ਨੇ ਆਖਿਆ ਕਿ ਜੁਡੀਸ਼ਲ ਅਧਿਕਾਰੀਆਂ ਨੂੰ ਬਹੁਤ ਸਮੱਸਿਆਵਾਂ ਦੇ ਨਾਲ, ਬੇਇੱਜ਼ਤੀ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਤੇ CBI ਵਰਗੀਆਂ ਸੰਸਥਾਵਾਂ, ਖੁਫੀਆ ਬਿਊਰੋ ਸਾਡਾ ਕੋਈ ਇਮਦਾਦ ਨਹੀਂ ਕਰ ਰਹੇ। ਚੀਫ ਜਸਟਿਸ ਆਫ ਇੰਡੀਆ NV ਰਮन्ना, ਇਹ ਵੀ ਇੱਕ ਇਤਿਹਾਸ ਬਣ ਗਿਆ ਮੋਦੀ ਸਾਹਿਬ। ਇਹ ਜਿਹੜੇ ਭਾਜਪਾਈ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ, ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਕਿ ਸਿਖਰਲੀ ਅਦਾਲਤ ਨੇ ਪਿੰਜਰੇ ਦੇ ਤੋਤੇ ਕਹੇ ਜਾਂਦੇ CBI ਤੇ ਬਾਕੀ ਖੁਫੀਆ ਏਜੰਸੀਆਂ, ਇਹਦੇ 'ਚ ਪੁਲਿਸ ਤੰਤਰ ਵੀ ਆ ਗਿਆ, ਉਹਨਾਂ ਦੇ ਬਾਰੇ ਕਹਿ ਦਿੱਤਾ ਕਿ ਇਹ ਸਾਡੀ ਨਿਆਂਪਾਲਿਕਾ ਦੀ ਜੱਜਾਂ ਦੀ ਕੋਈ ਸਹਾਇਤਾ ਨਹੀਂ ਕਰਦੇ। ਚੀਫ ਜਸਟਿਸ ਵੀ ਰਮन्ना ਹੋਰਾਂ ਨੇ, ਮੈਂ ਆਖਿਆ ਮੈਂ ਖਬਰ ਦਾ ਵਿਸਤਾਰ ਦੇ ਦਿਆਂ, ਪਾੜ ਝੀੜ ਤੁਸੀਂ ਕਰਦੇ ਹੋ, ਤੁਹਾਡਾ ਮਹਿਕਮਾ ਜ਼ਿਆਦਾ ਜਾਣਦੇ ਹੋ। ਇਸ ਦੌਰਾਨ ਚੀਫ ਜਸਟਿਸ ਵੀ ਰਮन्ना ਕਹਿੰਦੇ ਹੇਠਲੇ ਬੈਂਚਾਂ ਨੇ ਸੂਬਿਆਂ ਦੇ ਜੁਡੀਸ਼ਲ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਦੀ ਸਥਿਤੀ ਰਿਪੋਰਟ 17 ਅਗਸਤ ਤੱਕ ਦਾਖਲ ਕਰੋ ਕਿ ਦੇਸ਼ ਦੀਆਂ ਜਿਹੜੀਆਂ ਬਾਕੀ ਅਦਾਲਤਾਂ ਨੇ ਉਹਨਾਂ ਦੇ ਜੱਜਾਂ ਦੀ ਸੁਰੱਖਿਆ ਤੁਸੀਂ ਕਿੱਦਾਂ ਕਰ ਰਹੇ ਹੋ। ਇਸ ਬੈਂਚ ਨੇ CBI ਨੂੰ ਵੀ ਨੋਟਿਸ ਜਾਰੀ ਕੀਤਾ, ਜਿਸ ਨੇ ਧੰਨਵਾਦ ਦੀ ਅਦਾਲਤ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਉੱਤਮ ਆਨੰਦ, ਜਿਹਨੂੰ ਸੈਰ ਕਰਦੇ ਨੂੰ ਐਟੋ ਮਾਰ ਕੇ ਕਤਲ ਕਰ ਦਿੱਤਾ ਐਟੋ ਦੇ ਨਾਲ, ਉਹ ਆਪਣੇ ਹੱਥਾਂ ਦੇ ਵਿੱਚ ਲਈ ਹੈ CBI ਨੇ। CBI ਨੂੰ ਵੀ ਨੋਟਿਸ ਜਾਰੀ ਕੀਤਾ, ਪਰ ਨਾਲ ਇਹ ਵੀ ਕਹਿ ਦਿੱਤਾ ਕਿ CBI ਵੀ ਜੱਜਾਂ ਦੀ ਮਦਦ ਨਹੀਂ ਕਰਦੀ। ਹੁਣ CBI ਜਿਹੜਾ ਪਿੰਜਰੇ ਦਾ ਤੋਤਾ ਸੀ, ਜਿਵੇਂ ਦਾ ਡਾਇਰੈਕਟਰ ਰਣਜੀਤ ਸਿਨਹਾ ਕਰਦਾ ਸੀ, CBI ਦਾ ਵੀ ਹੀਜ ਪਿਆਜ ਨੰਗਾ ਮਾਣਯੋਗ ਜੱਜ ਨੇ ਕਰ ਦਿੱਤਾ ਕਿ ਇਹ ਵੀ ਸਾਡੀ ਸਹਾਇਤਾ ਨਹੀਂ ਕਰ ਰਹੀ। ਹਾਲਾਂਕਿ ਉਹ ਧੰਨਵਾਦ ਦਾ ਕੇਸ ਵੀ ਇਹਨਾਂ ਦੇ ਹਵਾਲੇ ਕਰ ਦਿੱਤਾ, ਉੱਤਮ ਆਨੰਦ ਦੇ ਕਤਲ ਦਾ। ਤੇ ਬੈਂਚ ਨੇ ਵੀ ਆਖਿਆ ਕਿ ਝਾਰਖੰਡ ਮਾਮਲੇ ਦੀ ਸੁਣਵਾਈ ਉਹ 9 ਅਗਸਤ ਨੂੰ ਕਰਨਗੇ ਸੁਪਰੀਮ ਕੋਰਟ ਖੁਦ। ਤੇ ਇਸ ਤੋਂ ਪਹਿਲਾਂ ਇਸ ਬੈਂਚ ਨੇ ਅਟਾਰਨੀ ਜਨਰਲ KK ਵੇਣੂਗੋਪਾਲ, ਜੋ ਸਰਕਾਰੀ ਵਕੀਲ ਹੈ ਮੋਦੀ ਸਾਹਿਬ ਦਾ ਸਭ ਤੋਂ ਵੱਡਾ, ਨੂੰ ਕਿਹਾ ਕਿ ਅਜਿਹੇ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੇ ਵਿੱਚ ਗੈਂਗਸਟਰ, ਹਾਈ ਪ੍ਰੋਫਾਈਲ ਵਿਅਕਤੀ ਸ਼ਾਮਲ ਨੇ ਤੇ ਕੁਝ ਥਾਵਾਂ ਤੇ ਹੇਠਲੀਆਂ ਅਦਾਲਤਾਂ ਤੇ ਹਾਈ ਕੋਰਟ ਦੇ ਜੱਜਾਂ ਨੂੰ ਧਮਕੀਆਂ ਤੇ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਸੁਨੇਹੇ WhatsApp ਜਾਂ Facebook ਤੇ ਮਿਲਣ ਦੀਆਂ ਮਿਸਾਲਾਂ ਨੇ ਕਿ ਹਰ ਐਰਾ ਗੈਰਾ ਜਾ ਕੇ ਤੁਹਾਨੂੰ ਧਮਕੀਆਂ ਦੇ ਦਿੰਦਾ ਤੇ ਸਾਡੀ ਸੁਣਵਾਈ ਕਿੱਥੇ ਹੈ। ਇਹ ਰਮन्ना ਸਾਹਿਬ ਦੇ ਵਿਚਾਰ ਆ ਰਹੇ ਨੇ ਤੇ ਉਹਨਾਂ ਨੇ ਸਰਕਾਰੀ ਵਕੀਲ ਅਟਾਰਨੀ ਜਨਰਲ KK ਵੇਣੂਗੋਪਾਲ ਨੂੰ ਆਪਣੀ ਵੇਦਨਾ ਪ੍ਰਗਟ ਕਰ ਦਿੱਤੀ ਹੈ। ਦੂਜੇ ਬੰਨੇ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਸਤਾਵੇਜ਼ ਜਮ੍ਹਾਂ ਕਰਾਉਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਤੁਸੀਂ ਵੱਡੇ ਸਬੂਤ ਲਿਆ ਕੇ ਸਾਨੂੰ ਡਰਾਉਣਾ ਚਾਹੁੰਦੇ ਹੋ। ਤੇ ਇਹ ਜੱਜਾਂ ਨੂੰ ਡਰਾਉਣ ਦੀ ਕਹਿੰਦੇ ਕੋਸ਼ਿਸ਼ ਹੈ। ਜਸਟਿਸ NV ਰਮन्ना ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਕਿ ਹੇਠਲੇ ਬੈਂਚਾਂ ਨੇ ਟੈਲੀਕਾਮ ਰੈਗੂਲੇਟਰਿੰਗ ਅਥਾਰਟੀ, ਜਿਹੜੀ ਮੀਡੀਆ ਨੂੰ ਵੀ ਕੰਟਰੋਲ ਕਰਦੀ ਹੈ, ਜਿਹਨੂੰ ਟਰਾਈ ਕਹਿੰਦੇ ਨੇ, ਭਾਰਤ ਦੇ ਜਿੰਨੇ ਟੈਲੀਵਿਜ਼ਨ ਨੇ, ਜਿੰਨੇ ਬਾਕੀ ਅਦਾਰੇ ਨੇ, ਇਹ ਟੈਲੀਕਾਮ ਰੈਗੂਲੇਟਰਿੰਗ ਅਥਾਰਟੀ ਦੇ ਅੰਡਰ ਨੇ, IB ਮਿਨਿਸਟਰੀ ਦੇ ਅੰਡਰ ਨੇ, ਜਿਹਦਾ ਹੁਣ ਅਨੁਰਾਗ ਠਾਕੁਰ ਜਾਂ ਦੂਸਰੇ ਬਣੇ ਨੇ ਲਾਣੇਦਾਰ। ਇਸ ਸੰਬੰਧੀ ਟਰਾਈ ਦੇ ਇੱਕ ਕੇਸ ਨਾਲ ਸੁਣਵਾਈ ਕਰ ਰਿਹਾ ਸੀ। ਇਸ ਕੇਸ ਦੇ ਵਿੱਚ 51 ਜਲਦਾਂ ਦਾਖਲ ਕੀਤੀਆਂ
एडी सारी समग्री ਨੂੰ ਲਿਜਾਣ ਦੇ ਲਈ ਇੱਕ ਟਰੱਕ ਦੀ ਲੋੜ ਦਾ ਪ੍ਰਬੰਧ ਕਰਨਾ ਪੈਣਾ। ਜਸਟਿਸ ਰਮन्ना ਨੇ ਆਖਿਆ ਕਿ ਇਹ ਸਾਰੇ ਦਸਤਾਵੇਜ਼ ਅਸੀਂ ਨਹੀਂ ਪੜ੍ਹ ਸਕਦੇ, ਅਸੀਂ ਅਜਿਹੇ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ। ਤੁਸੀਂ ਸਾਨੂੰ ਐਡਾ ਵੱਡਾ ਪੁਲੰਦਾ ਲਿਆ ਕੇ ਦੇ ਦਿੱਤਾ, 51 ਜਲਦਾਂ ਲਿਆ ਕੇ ਦੇ ਦਿੱਤੀਆਂ ਜਿਨ੍ਹਾਂ ਨੂੰ ਲੱਦ ਕੇ ਟਰੱਕ ਤੇ ਲਿਜਾਣਾ ਪੈਣਾ, ਤੇ ਇਹ ਦਸਤਾਵੇਜ਼ ਇੰਨੇ ਸਬੂਤ ਇਕੱਠੇ ਕਰਕੇ ਜਾਂ ਇੰਨਾ ਕੂੜ ਕਰਕਟ ਹੀ ਕਹਾਂਗੇ ਕਿ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ। ਇਸ ਕੇਸ ਨਾਲ ਸੰਬੰਧਿਤ ਵਕੀਲਾਂ ਨੂੰ ਇਕੱਠਿਆਂ ਬੈਠ ਕੇ ਢੁਕਵੇਂ ਦਸਤਾਵੇਜ਼ ਤਿਆਰ ਕਰਨ ਦੇ ਵਾਸਤੇ ਹੁਕਮ ਦਿੱਤੇ ਨੇ ਤਾਂ ਜੋ 18 ਅਗਸਤ ਨੂੰ ਇਸ ਕੇਸ ਦੀ ਸੁਣਵਾਈ ਹੋਵੇ। ਹੁੰਦਾ ਕੀ ਹੈ ਕਿ ਜਿਹੜੇ ਵੱਡੇ ਵਕੀਲ ਨੇ ਉਹ ਐਡਾ ਐਡਾ ਪਲੰਦਾ ਸਬੂਤ ਰੱਖ ਕੇ ਮਾਰ ਕੇ ਅੰਗਰੇਜ਼ੀ ਤੇ ਮਾਰ ਕੇ ਦਬਕਾ ਤੇ ਜੱਜ ਨੂੰ ਫਿਰ ਕਹਿੰਦੇ ਨੇ ਕਿ ਆਹ ਸਬੂਤ ਪਏ ਨੇ। ਹੁਣ ਇੰਨੇ ਸਬੂਤ ਬਾਈ ਜੀ ਨਾ ਜੱਜ ਪੜ੍ਹ ਸਕਦਾ, ਕੇਸਾਂ ਚੁਲਝਿਆ। ਸੋ ਇਹ ਜਿਹੜਾ ਸੁਪਰੀਮ ਕੋਰਟ ਨੇ ਆਪਣਾ ਰੋਣਾ ਰੋਇਆ, ਇਹਦੇ 'ਚ ਕੀ ਨਜ਼ਰੀਆ ਤੁਹਾਡਾ ਕਿ ਜੱਜ ਵਿਚਾਰੇ ਕਰਨ ਤੇ ਕੀ ਕਰਨ, ਤੇ ਜਿਹੜੇ ਜੱਜ ਨੇ ਉਹਨਾਂ ਦੀ ਸਥਿਤੀ ਤੁਸੀਂ ਬਿਹਤਰ ਖੋਲ ਕੇ ਦੱਸੋ ਜੀ। ਸੁਰਿੰਦਰ ਜੀ ਕੰਟੀਨਿਊ। ਪਹਿਲੀ ਗੱਲ ਤਾਂ ਭਾਵੇਂ ਸੁਪਰੀਮ ਕੋਰਟ ਆ, ਭਾਵੇਂ ਹਾਈ ਕੋਰਟ ਆ ਤੇ ਭਾਵੇਂ ਡਿਸਟ੍ਰਿਕਟ ਕੋਰਟਾਂ ਨੇ, ਉੱਥੇ ਜਿਹੜੀ ਆ ਜੱਜਾਂ ਦੀ ਗਿਣਤੀ ਜਿਹੜੀ ਆ ਉਹ ਕੇਸਾਂ ਦੇ ਮੁਤਾਬਕ ਬਹੁਤ ਘੱਟ ਆ, ਖਾਸ ਕਰਕੇ ਸੁਪਰੀਮ ਕੋਰਟ 'ਚ ਤੇ ਹਾਈ ਕੋਰਟਾਂ 'ਚ। ਇਹ ਬੜੀ ਵੱਡੀ ਸਮੱਸਿਆ। ਦੂਜੀ ਗੱਲ ਕੀ ਹੁੰਦਾ ਕਿ ਕਦੀ ਵੀ ਸਾਰੀ ਫਾਈਲ ਨਹੀਂ ਪੜ੍ਹੀ ਜਾਂਦੀ। ਜਦੋਂ ਸੈਸ਼ਨ ਕੋਰਟ ਵੱਲੋਂ ਕੋਈ ਵੀ ਡਿਸੀਜਨ ਹੋ ਕੇ ਜਾਂਦਾ ਹੈ, ਉਹ ਕਿਸੇ ਨੂੰ ਸਜ਼ਾ ਹੋਗੀ ਜਾਂ ਬਰੀ ਕਰ ਦਿੱਤਾ ਗਿਆ, ਦੋ ਹੀ ਕਾਰਨ ਨੇ। ਦੋਨੋਂ ਹੋ ਗਏ ਤੇ ਦੋਨਾਂ ਚੋਂ ਇੱਕ ਧਿਰ ਨੇ ਉੱਪਰ ਜਾਣਾ। ਜਿਹਦਾ ਬੰਦਾ ਸਜ਼ਾ ਹੋ ਗਿਆ ਉਹਨੇ ਉਹ ਸਜ਼ਾ ਨੂੰ ਘੱਟ ਕਰਾਉਣ ਦੇ ਲਈ ਜਾਂ ਉਹ 'ਚ ਬਰੀ ਹੋਣ ਦੇ ਲਈ ਜਾਣਾ, ਤੇ ਦੂਜੀ ਧਿਰ ਨੇ ਉਹਦੀ ਸਜ਼ਾ ਵਧਾਉਣ ਦੇ ਲਈ ਜਾਣਾ। ਇੰਨਾ ਕੋਈ ਰੌਲਾ ਹੁੰਦਾ। ਉੱਥੇ ਉਹਨਾਂ ਕੋਲ ਕੇਸ ਪੜ੍ਹਨ ਦੀ ਮੌਕਾ ਹੀ ਨਹੀਂ ਹੁੰਦਾ, ਨਾ ਉਹ ਸਾਰੇ ਦੀ ਫਾਈਲ ਨੂੰ ਪੜ੍ਹਿਆ ਜਾਂਦਾ। ਉੱਥੇ ਤਾਂ ਮੇਨ ਆ ਕਿ ਦੱਸੋ ਸਜ਼ਾ ਕਾਹਦੇ ਲਈ ਹੋਈ, ਤੁਹਾਡੇ ਕੋਲ ਕਿਹੜੀ ਕੋਰਟ ਦਾ ਅਪਰ ਕੋਰਟ ਦਾ ਡਿਸੀਜਨ ਪਿਆ, ਉਹ ਜਿਹੜੀ ਆ ਉਹਦੀ ਕਾਪੀ ਦੇ ਦਿਓ। ਤੇ ਦੋਨਾਂ ਧਿਰਾਂ ਤੋਂ ਲੈ ਕੇ ਉਹਨੂੰ ਇਕੱਲੇ ਨੂੰ ਸਟੱਡੀ ਕੀਤਾ ਜਾਂਦਾ, ਪੂਰੀ ਫਾਈਲ ਨਹੀਂ ਪੜ੍ਹੀ ਜਾਂਦੀ ਤੇ ਨਾ ਫਾਈਲ ਪੜ੍ਹਨ ਜੋਗਾ ਸਮਾਂ ਹੁੰਦਾ ਕਿ ਪਿੱਛੇ ਕੀ ਕੀ ਛੱਡਿਆ ਗਿਆ। ਹੁਣ ਕੀ ਹੁੰਦਾ ਸੈਸ਼ਨ ਕੋਰਟ 'ਚ ਕੀ ਆ, ਮੈਂ ਮੋਸਟਲੀ ਇੱਥੋਂ ਜਿੰਨੇ ਡਿਸੀਜਨ ਹੋ ਕੇ ਜਾਂਦੇ ਜਦੋਂ ਉਹਨੂੰ ਦੇਖੋ ਕਿਤੇ ਉਹਦੇ 'ਚ ਕੀ ਆ, ਜੇਕਰ ਕਿਸੇ ਨੂੰ ਛੱਡਣਾ ਹੋਵੇ ਜੋ ਕੁਝ ਉਹਦੇ ਅਗੇਂਸਟ ਐਵੀਡੈਂਸ ਆ ਉਹ ਜਿਹੜਾ ਉਹਨੂੰ ਜੱਜਮੈਂਟ 'ਚ ਲਿਆ ਨਹੀਂ ਜਾਂਦਾ, ਜਿਹੜਾ ਉਹਦੀ ਫੇਵਰ ਦਾ ਹੁੰਦਾ ਉਹਨੂੰ ਜੱਜਮੈਂਟ 'ਚ ਲੈ ਕੇ ਆਰਡਰ ਜਿਹੜਾ 1 ਪੇਜ ਦਾ ਹੁੰਦਾ ਉਹ ਸੁਣਾ ਦਿੱਤਾ ਜਾਂਦਾ ਤੇ ਉਹਨੂੰ ਬਰੀ ਕਰ ਦਿੱਤਾ ਜਾਂਦਾ। ਜੇ ਕਿਸੇ ਨੂੰ ਟੰਗਣਾ ਤੇ ਫਿਰ ਉਹਦੀ ਫੇਵਰ 'ਚ ਜਿਹੜਾ ਐਵੀਡੈਂਸ ਆ ਉਹਨੂੰ ਛੱਡ ਦਿੱਤਾ ਜਾਂਦਾ, ਜਿਹੜਾ ਉਹਦੇ ਅਗੇਂਸਟ ਆ ਉਹਨੂੰ ਲੈ ਕੇ ਸਾਰੇ ਦਾ ਸਾਰਾ ਜਿਹੜਾ ਉਹ ਉਹਦੇ 'ਚ ਉਹਨੂੰ ਜਿਹੜਾ ਉਹ ਕਨਵਿਕਟ ਕਰ ਦਿੱਤਾ ਜਾਂਦਾ। ਆਹ ਕੁਝ ਸਾਰਾ ਥੱਲਿਓਂ ਲੈ ਕੇ ਚੱਲਦਾ। ਪਰ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਜਿਹੜਾ ਉਹ ਵਰਕਿੰਗ ਅਲੱਗ ਆ, ਕਿਉਂਕਿ ਉੱਥੇ ਕੇਸ ਬਹੁਤਾਤ ਨੇ। 7-7 ਸਾਲ ਤੱਕ ਤਾਂ ਸੁਣਵਾਈ ਨਹੀਂ ਹੋ ਸਕਦੀ, ਕਈ ਵਾਰੀ 10-10 ਸਾਲ ਨਹੀਂ ਹੁੰਦੀ, ਕਿਉਂਕਿ ਕੇਸਾਂ ਦੀ ਲਾਈਨ ਹੀ ਇੰਨੀ ਕੋ ਲੰਬੀ ਆ। ਜਦੋਂ ਲੰਬੀ ਆ ਤਾਂ ਫਿਰ ਉਹਦੇ 'ਚ ਕੀ ਆ, ਮੋਸਟਲੀ ਜੱਜਮੈਂਟ ਮੰਗੀ ਜਾਂਦੀ ਆ। ਕੋਈ ਵੀ ਕਿ ਦੱਸੋ ਆਰਡਰ ਦਿਓ ਕਿ ਇਸ ਕੇਸ ਨਾਲ ਸੰਬੰਧਿਤ ਕਿਹੜਾ ਕੇਸ ਆ, ਪਹਿਲਾਂ ਉਹ ਕਿਹੜੀ ਹਾਈ ਕੋਰਟ ਨੇ ਜਿਹੜਾ ਉਹ ਇਹਦੇ ਫੇਵਰ 'ਚ ਕੀਤਾ ਜਾਂ ਇਹਦੇ ਅਗੇਂਸਟ ਆਇਆ, ਕਿਹੜਾ ਵਾ ਇਸ ਧਾਰਾ ਦੇ ਵਿੱਚ ਸੇਮ ਕੇਸ ਕਿਹੜਾ ਉਹ ਕੇਸ ਸੀਗਾ ਜਿਹਦੇ 'ਚ ਇਹਨੂੰ ਵੱਧ ਸਜ਼ਾ ਹੋਈ ਆ, ਉਹ ਦੇਖ ਕੇ ਉਹ 1 ਜਾਂ 2 ਪੇਜ ਜਿਹੜੇ ਹੁੰਦੇ ਉਹਨੂੰ ਹਾਈਲਾਈਟ ਕਰਕੇ ਦੇ ਦਿੱਤਾ ਜਾਂਦਾ, ਉਹਦੇ ਤੇ ਫੈਸਲਾ ਸੁਣਾ ਦਿੱਤਾ ਜਾਂਦਾ, ਕਿਉਂਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲੇ ਇੰਨਾ ਹੀ ਸਮਾਂ ਵਾ। ਹੁਣ ਸਮੱਸਿਆ ਕਿੱਥੇ ਖੜੀ ਹੋ ਗਈ ਆ, ਜਦੋਂ ਉਲਝਾਉਣਾ ਜੁਡੀਸ਼ਲੀ ਨੂੰ, ਉਹਦੇ 'ਚ ਵਕੀਲ ਵੀ ਕੀ ਕਰਦੇ ਆ, ਕੋ ਵੱਡਾ ਸਾਰਾ ਪਲੰਦਾ ਮੋਹਰੇ ਸੁੱਟਿਆ, ਜੱਜ ਉਹਦੇ 'ਚ ਘਬਰਾ ਜੂ, ਹਾਂ ਇਹਦੇ 'ਚ ਇੰਨਾ ਕੁਛ ਆ, ਜਦੋਂ ਕਿ ਬਾਅਦ 'ਚ ਜਦੋਂ ਦੱਸਣ ਵਾਲੇ ਦੱਸ ਦਿੰਦੇ ਆ ਜੀ ਉਹਦੇ 'ਚ ਕੱਖ ਵੀ ਨਹੀਂ, ਉਹ ਤਾਂ ਰੱਦੀ ਦੀ ਟੋਕਰੀ ਸੀ ਜਿਹਦੇ ਸਿਰ ਤੇ ਤੁਸੀਂ ਫੈਸਲਾ ਦੇ ਦਿੱਤਾ। ਫਿਰ ਉਹਨਾਂ ਨੂੰ ਅਖੀਰ ਆ ਕੇ ਇਹ ਜਿਹੜੀ ਹੁਣ ਗੱਲ ਅੱਜ ਉੱਠੀ ਆ, ਉੱਠਣ ਦਾ ਰੀਜ਼ਨ ਕੀ ਆ, ਏਜੰਸੀਆਂ ਵੀ ਸਰਕਾਰੀ ਇਹੀ ਕਰਦੀਆਂ ਨੇ, ਤੇ ਜਿਹੜੇ ਵੱਡੇ ਵਕੀਲ ਨੇ ਜਿਹੜੇ ਮੋਟੀਆਂ ਫੀਸਾਂ ਵਾਲੇ ਆ, ਜਿਨ੍ਹਾਂ ਦੀ ਜਿਹੜੀ ਆ ਕਈਆਂ ਦੀ 1.5 ਕਰੋੜ ਵੀ ਇੱਕ ਪੇਸ਼ੀ ਦੀ ਫੀਸ ਆ, ਏਦਾਂ ਦੇ ਵੀ ਆ, ਉਹ ਵੱਡੇ ਢੇਡ ਵਾਲੇ ਬਹੁਤ ਵੱਡੇ ਆ, ਠੀਕ ਹੈ। ਤੇ ਕਈ ਮਾੜੇ ਵਕੀਲ ਨਾਲ ਤਾਂ ਡਿਸਟ੍ਰਿਕਟ ਕੋਰਟ 'ਚ ਇਹ ਵੀ ਵਾਪਰਦੀ ਆ ਕਿ ਪਿੰਡ ਤੋਂ ਕੋਈ ਬੰਦਾ ਆਉਂਦਾ ਆ ਕੇ ਮਿਲਦਾ, ਉਹਦੇ ਕੋਲ ਚਾਹ ਚੂ ਪੀਂਦਾ, ਪੀ ਕੇ ਤੇ ਮੁੜ ਕੇ ਉਹਨੂੰ ਕਹਿੰਦਾ ਜੀ, ਕਹਿੰਦਾ ਮੇਰਾ ਕੇਸ ਸੀ ਜੀ, ਉਹ ਕਹਿੰਦਾ ਦੱਸੋ, ਕਹਿੰਦਾ ਕੋਈ ਸਿਆਣਾ ਜਿਹਾ ਵਕੀਲ ਮਿਲਾ ਦੇ ਮੈਨੂੰ, ਠੀਕ ਹੈ ਨਾ। ਪਰ ਕਈ ਵਾਰੀ ਡਿਸਟ੍ਰਿਕਟ ਕੋਰਟਾਂ ਵਾਲਿਆਂ ਨਾਲ ਆਹ ਕੁਛ ਵੀ ਵਾਪਰ ਜਾਂਦਾ ਵਾ, ਠੀਕ ਹੈ। ਹੁਣ ਗੱਲ ਮੁੱਕਦੀ ਇਹ ਆ, ਜਿਹੜਾ ਇਹ ਮੁੱਦਾ ਚੱਕਿਆ ਗਿਆ ਸੁਪਰੀਮ ਕੋਰਟ ਵੱਲੋਂ, ਕਿਤੇ ਨਾ ਕਿਤੇ ਇਹ ਆ ਕਿ ਇੱਕ ਤਾਂ ਜਿਹੜਾ ਐਡੀਸ਼ਨ ਸੈਸ਼ਨ ਜੱਜ ਦੀ
ਜਿਹੜੀ ਡੈਥ ਹੋਣੀ, ਠੀਕ ਹੈ। ਉਹਦੇ ਵਿੱਚ ਇੱਕ ਤਾਂ ਉੱਥੇ ਪੋਲੀਟੀਕਲ ਲੀਡਰ ਸੀਗਾ ਜਿਹਨੂੰ ਜ਼ਮਾਨਤ ਤੋਂ ਇਨਕਾਰ ਕੀਤਾ ਗਿਆ, ਬਾਕੀ ਗੈਂਗਸਟਰ ਸੀ ਜਿਹੜੇ ਉਸ ਜੇਲ੍ਹ 'ਚ ਬੰਦ ਸੀ ਇੱਕ 'ਚ, ਜੇ ਉਹਨਾਂ ਦੀ ਸੁਣਵਾਈ ਜਿਹੜੀ ਸੀ ਸਾਰੇ ਕੇਸਾਂ ਦੀ ਉਹਨਾਂ ਦੇ ਕੋਲੇ ਸੀ, ਉਹ ਉਸ ਕੇਸ ਉਹਦੇ ਨਾਲ ਜੁੜਦਾ। ਹੁਣ ਅਗਲੀ ਗੱਲ, ਜੇ ਜੱਜ ਦੀ ਸੁਰੱਖਿਆ ਹੀ ਨਹੀਂ ਹੈ ਤੇ ਫਿਰ ਫੈਸਲਾ ਕਿੱਥੋਂ ਸੁਣਾਇਆ ਜਾਊਗਾ? ਠੀਕ ਆ, ਜੱਜ ਵੀ ਬਹੁਤ ਥਾਵਾਂ ਤੇ ਗਲਤ ਨੇ, ਪਰ ਇਹ ਆ ਕਿ 100% ਗਲਤ ਆਪਾਂ ਨਹੀਂ ਕਹਿ ਸਕਦੇ, ਠੀਕ ਹੈ। ਮੈਨੂੰ ਉਹ ਦੌਰ ਯਾਦ ਆ, ਇੱਥੇ ਪੰਜਾਬ 'ਚ ਅਸੀਂ ਫਿਰ 2 ਜੱਜਾਂ ਦਾ ਕਤਲ ਵੀ ਹੋਇਆ ਸੀ। ਕਤਲ ਹੋਣ ਦਾ ਰੀਜ਼ਨ ਕੀ ਸੀ? ਕਰਨ ਵਾਲਾ ਕੋਈ ਸੀ, ਭਰਿਆ ਵਿਚਾਰੇ ਨੂੰ ਕਿਸੇ ਨੂੰ ਪੈ ਗਿਆ। ਜਿਹੜੇ ਕਰਨ ਵਾਲੇ ਸੀ ਉਹਨਾਂ ਦਾ ਕੰਮ ਕੀ ਸੀ? ਜਦੋਂ ਪੁਲਿਸ ਰਿਮਾਂਡ ਦੇ ਲਈ ਜਾਂਦੀ ਸੀਗੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿਸੇ ਬੰਦੇ ਨੂੰ, ਤਾਂ ਉਹ ਸਪੈਸ਼ਲ ਜਿਹੜੇ 3-4 ਉਸ ਵੇਲੇ ਦੇ DSP ਤੇ ਇੰਸਪੈਕਟਰ ਸੀ ਜਿਨ੍ਹਾਂ ਦਾ ਪਤਾ ਸੀ ਵੀ ਇਹ ਇਨਕਾਊਂਟਰ ਕਰਨ ਦੇ ਮਾਹਰ ਨੇ, ਇਹ ਸਭ ਤੋਂ ਵੱਡੇ ਇਹੀ ਨੇ, ਉਹਨਾਂ ਦਾ ਨਾਂ ਲੈ ਕੇ ਜਿਹੜੇ ਬੰਦੇ ਦਾ ਰਿਮਾਂਡ ਲੈਣਾ ਹੁੰਦਾ ਸੀ ਉਹਨੂੰ ਡਾਇਰੈਕਟ ਪੁੱਛਦਾ, ਜਦੋਂ ਕਿ ਜੱਜ ਦਾ ਅਧਿਕਾਰ ਨਹੀਂ ਉਹਨੂੰ ਪੁੱਛੇ। ਜੱਜ ਦਾ ਅਧਿਕਾਰ ਸਿਰਫ ਇਹ ਆ ਕਿ ਜਦੋਂ ਉਹਦੇ ਕੋਲ ਪੇਸ਼ ਕੀਤਾ ਗਿਆ ਉੱਥੋਂ ਰਿਮਾਂਡ ਲੈਣਾ ਮੈਜਿਸਟਰੇਟ ਤੋਂ, ਉਹ ਸਿਰਫ ਇੰਨਾ ਪੁੱਛੇ ਕਿ ਕਾਕਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਜੇ ਪ੍ਰੋਬਲਮ ਆ ਤਾਂ ਮੈਨੂੰ ਦੱਸ ਦਿਓ। ਕੀ ਪੁੱਛਦੇ ਸੀ? ਕਹਿੰਦੇ ਫਲਾਨੇ ਕੋਲ ਜਾ ਆਇਆ ਕਿ ਨਹੀਂ ਜਾ ਆਇਆ, ਠੀਕ ਹੈ। ਉਹ ਪੁੱਛਦੇ ਸੀ ਵੀ ਉਹ ਤੇਰੀ ਇੰਟੈਰੋਗੇਸ਼ਨ ਉਸੇ ਨੇ ਕੀਤੀ ਆ, ਜੇ ਨਹੀਂ ਕੀਤੀ ਤੇ ਫਿਰ ਰਿਮਾਂਡ ਮੈਂ 10 ਦਿਨ ਦਾ ਹੋਰ ਫਾਲਤੂ ਵੀ ਦੇ ਦਿਆਂ। ਤੇ ਫਿਰ ਉਹਦੇ 'ਚ 2 ਕਤਲ ਹੋਏ ਸੀ, ਉਹਦੇ ਬਾਅਦ ਜੁਡੀਸ਼ਲੀ ਜਿਹੜੀ ਉਹ ਪੰਜਾਬ 'ਚ ਸਿੱਧੀ ਹੋ ਗਈ ਸੀ, ਠੀਕ ਹੈ। ਹੁਣ ਇੱਥੇ ਹਾਲਾਤ ਕੀ ਬਣਦੇ ਨੇ? ਕਈ ਜਗ੍ਹਾ ਤੇ ਆ ਕੇ ਜੁਡੀਸ਼ਲੀ ਖਰਾਬ ਕਰਦੀ ਆ ਤੇ ਬਹੁਤੀਆਂ ਜਗ੍ਹਾ ਤੇ ਜਿਹੜੇ ਵਕੀਲ ਆ ਉਹ ਬੈਠੇ ਨੇ ਤੇ ਬੈਠੇ ਬੈਠੇ ਉਹ ਵੀ ਖਰਾਬੀ ਕਰਦੇ ਤੇ ਸਰਕਾਰੀ ਏਜੰਸੀਆਂ ਵੀ ਖਰਾਬੀ ਕਰਦੀਆਂ ਨੇ। ਬਿਲਕੁਲ, ਉਹ ਗੱਲ ਤੁਹਾਡੀ ਦਰੁਸਤ ਹੈ। ਦੇਖੋ, ਨਜਾਇਜ਼ ਹੁੰਦੀ ਹੈ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਉਸ ਸਮੇਂ ਦਾ ਸੱਚ ਹੈ। ਅੰਗਰੇਜ਼ਾਂ ਦੇ ਵਕਤ ਨਾਮਧਾਰੀ ਸਾਹਿਤ ਦੇ ਵਿੱਚ ਇੱਕ ਚੁਬਰਗਾ ਮਿਲਦਾ ਹੈ ਕਿ ਨਾ ਤਾਂ ਮੇਰੀ ਲਈ ਗਵਾਈ, ਨਾ ਕੋਈ ਬਾਤ ਪਛਾਣੀ, ਸੱਚ ਫੈਸਲੇ ਕਿਵੇਂ ਕਰੇ ਜਿਨ੍ਹਾਂ ਵੱਡੀ ਹੋਵੇ ਖਾਣੀ, ਨਰਕਾਂ 'ਚ ਪਵੇ ਜਿੰਦੜੀ, ਮਿਲੇ ਨਾ ਤਿਹਾਏ ਨੂੰ ਪਾਣੀ, ਕੰਨੋਂ ਬੋਲੀ ਦਿਸੇ ਅਦਾਲਤ, ਅੱਖੋਂ ਵੀ ਹੈ ਖਾਣੀ। ਇੱਥੋਂ ਸ਼ੁਰੂ ਹੁੰਦਾ ਹੈ ਚੁਬਰਗਾ। ਕੰਨੋਂ ਬੋਲੀ ਦਿਸੇ ਅਦਾਲਤ, ਅੱਖੋਂ ਵੀ ਹੈ ਖਾਣੀ, ਸੱਚ ਫੈਸਲੇ ਕਿਵੇਂ ਕਰੇ ਜਿਨ੍ਹਾਂ ਵੱਡੀ ਹੋਵੇ ਕਹਾਣੀ, ਨਾ ਤਾਂ ਮੇਰੀ ਲਈ ਗਵਾਹੀ, ਨਾ ਕੋਈ ਬਾਤ ਪਛਾਣੀ, ਨਰਕਾਂ 'ਚ ਪਵੇ ਜਿੰਦੜੀ, ਮਿਲੇ ਨਾ ਤਿਹਾਏ ਨੂੰ ਪਾਣੀ। ਕਿਉਂਕਿ ਨਾ ਅਪੀਲ ਨਾ ਦਲੀਲ ਉਦੋਂ ਹੁੰਦਾ ਸੀ, ਕੋਈ ਗਵਾਹੀ ਨਹੀਂ ਸੀ ਲਈ ਜਾਂਦੀ, ਕੰਨੋਂ ਬੋਲੀ ਸੀ ਅਦਾਲਤ ਤੇ ਅੱਖਾਂ ਤੇ ਪੱਟੀ ਬੰਨੀ ਸੀ। ਇਹ ਜਿਹੜਾ ਹੁਣ ਵੇਦਨਾ ਹੋਈ ਹੈ ਕਿ ਅਦਾਲਤਾਂ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਬਹੁਤ ਸਾਰੇ ਇਦਾਂ ਦੇ ਕੱਚਕਰੜ ਨੇ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਦੁਨੀਆਦਾਰੀ ਦਾ। ਹੁਣ ਬਾਬਰੀ ਮਸਜਿਦ ਕੇਸ ਹੋਇਆ ਸੀਗਾ, ਉਸ ਦੇ ਵਿੱਚ ਮਾਣਯੋਗ ਜੱਜ ਸੀ ਕ੍ਰਿਸ਼ਨ ਮੋਹਨ ਪਾਂਡੇ, ਜਿਹਨੇ 1986 ਦੇ ਵਿੱਚ ਅਯੁੱਧਿਆ ਬਾਬਰੀ ਮੰਦਿਰ ਵਿਵਾਦ ਦੇ ਦੌਰਾਨ ਉਹ ਕਵਾੜ ਖਲਾਏ ਸੀਗੇ। ਉਹ ਕਹਿਣਾ ਸੀ ਮੈਂ ਘਰੇ ਫੈਸਲਾ ਲਿਖ ਰਿਹਾ ਸੀ, ਬਾਂਦਰ ਆ ਕੇ ਰੋਸ਼ਨਦਾਨ 'ਚ ਬੈਠ ਗਿਆ, ਬਾਂਦਰ ਮੇਰੇ ਵੱਲ ਵੇਖਦਾ ਰਿਹਾ, ਘਰਦਿਆਂ ਨੇ ਛੋਲੇ ਵੀ ਪਾਏ, ਉਹ ਛੋਲੇ ਨਾ ਖਾਵੇ, ਮੇਰੇ ਵੱਲ ਵੇਖੀ ਜਾਵੇ। ਉਹ ਬਾਂਦਰ ਹੌਲੀ ਹੌਲੀ ਹਨੂਮਾਨ ਦੇ ਰੂਪ ਦੇ ਵਿੱਚ ਮੈਨੂੰ ਦਿਸਣ ਲੱਗਾ। ਜਦੋਂ ਮੈਂ ਉਸ ਫੈਸਲੇ ਨੂੰ ਲਿਖ ਰਿਹਾ ਸੀ, ਮੇਰੇ ਤੇ ਪ੍ਰਭਾਵ ਪਿਆ ਸ਼੍ਰੀ ਰਾਮ ਦਾ ਕਿ ਸ਼੍ਰੀ ਰਾਮ ਦਾ ਦੂਤ ਹੈ ਇਹ। ਉਹਨੂੰ ਇਮੋਸ਼ਨਲੀ ਜਜ਼ਬਾਤ ਉਹਦੇ ਕੈਚ ਕੀਤੇ। ਇੱਕ ਤਾਂ ਹੁੰਦੇ ਆ ਰਿਸ਼ਵਤ ਨਾਲ, ਇੱਕ ਹੁੰਦੇ ਆ ਛਿੱਤਰ ਨਾਲ, ਇੱਕ ਹੁੰਦੇ ਆ ਤੁਹਾਨੂੰ ਜਜ਼ਬਾਤੀ ਕਰ ਦਿੱਤਾ। ਜੇ ਤੁਹਾਡੀ ਜਰਨਲਿਜ਼ਮ ਤੇ ਜਜ਼ਬਾਤ ਭਾਰੂ ਹੋ ਗਏ, ਤੁਹਾਡੀ ਜੁਡੀਸ਼ਰੀ ਤੇ ਜੱਜਮੈਂਟ ਤੇ ਜਜ਼ਬਾਤ ਭਾਰੂ ਹੋ ਗਏ, ਉਹ ਭਾਵੇਂ ਕਿਸੇ ਵੀ ਰੂਪ 'ਚ ਹੋਣ, ਇਹਦਾ ਮਤਲਬ ਤੁਸੀਂ ਸਹੀ ਨਹੀਂ ਕਰ ਰਹੇ ਜੱਜਮੈਂਟ। ਤੁਹਾਡੀ ਜ਼ਹਿਨੀਅਤ ਤੇ ਕੋਈ ਜਜ਼ਬਾਤ ਭਾਰੂ ਹੋ ਗਏ ਨੇ, ਤੁਸੀਂ ਬੇੜਾ ਗਰਕ ਕਰ ਰਹੇ ਹੋ ਆਪਣੀ ਜੱਜਮੈਂਟ ਦਾ, ਆਪਣੀ ਜਰਨਲਿਜ਼ਮ ਦਾ। ਫਿਰ ਜਦੋਂ ਜੱਜ ਕ੍ਰਿਸ਼ਨ ਮੋਹਨ ਪਾਂਡੇ ਸਾਹਿਬ ਪੰਡਤ ਜੀ ਹੋਣੀ ਪਹੁੰਚੇ ਅਦਾਲਤ 'ਚ ਫੈਜ਼ਾਬਾਦ ਦੀ 'ਚ, ਉੱਥੇ ਵੀ ਕਹਿੰਦੇ ਕਿ ਉਹ ਮੈਨੂੰ ਬਾਂਦਰ, ਉਹੀ ਬਾਂਦਰ ਮੇਰੇ ਮਗਰ ਉੱਥੇ ਚਲਿਆ ਗਿਆ। ਲੋਕਾਂ ਨੇ ਬਥੇਰੇ ਕੇਲੇ ਸਿਓ ਪਾਏ ਪਰ ਉਹਨੇ ਖਾਧਾ ਕੋਈ ਨਹੀਂ। ਉਹ ਮੇਰੇ ਵੱਲ ਬੈਠਾ ਝਾਕੀ ਜਾਵੇ, ਮੈਨੂੰ ਪ੍ਰਭਾਵਿਤ ਕਰ ਰਿਹਾ ਸੀ। ਤੇ ਉਹ ਬਾਂਦਰ 'ਚੋਂ ਮੈਨੂੰ ਜਿਹੜਾ ਹੈਗਾ ਹਨੂਮਾਨ ਜੀ ਨਜ਼ਰ ਆਏ ਤੇ ਮੈਂ ਫਿਰ ਉਹ ਫੈਸਲਾ ਅਯੁੱਧਿਆ ਦੇ ਹੱਕ 'ਚ ਦਿੱਤਾ। ਉਹ ਬੰਦਾ ਆਪਣੀ ਜੀਵਨੀ ਲਿਖ ਰਿਹਾ ਕ੍ਰਿਸ਼ਨ ਮੋਹਨ ਪਾਂਡੇ। ਯਾਰ ਲਾਹਨਤ ਹੈ ਸਿਸਟਮ ਦੇ। ਜੇ ਜੱਜ ਇੱਕ ਅਜਿਹੀ ਕੱਚਕਰੜ ਫੈਸਲਾ ਸੁਣਾ ਕੇ ਤੇ ਉਸ ਨੂੰ ਆਪਣੇ ਫਖਰ ਨਾਲ ਪੇਸ਼ ਕਰਦਾ ਆਪਣੀ ਸਵੈ ਜੀਵਨੀ ਦੇ ਵਿੱਚ। ਹੁਣ ਉਹਦੀ ਜਿਹੜੀ ਵੀਡੀਓ ਬਣੀ ਹੈ, ਤੁਸੀਂ ਮਾਰੋ ਗੂਗਲ, KC ਪਾਂਡੇ ਫੈਜ਼ਾਬਾਦ ਡਿਸਟ੍ਰਿਕਟ ਜੱਜ, ਜਦੋਂ ਇਹ ਫੈਸਲਾ ਸੁਣਾਇਆ ਮੰਦਿਰ ਖੋਲ੍ਹਣ ਦਾ 86 ਦੇ ਵਿੱਚ, ਉਸ ਦੌਰਾਨ ਫਿਰ ਜਿਹੜੀ ਵੀਡੀਓ ਬਣੀ ਹੋਈ ਹੈ ਉਹਦੇ 'ਚ ਉਹ ਕਾਲਾ ਬਾਂਦਰ ਹਨੂਮਾਨ ਦੇ ਰੂਪ ਦੇ ਵਿੱਚ ਪ੍ਰਗਟ ਕਰ ਦਿੱਤਾ ਵੀਡੀਓ ਬਣਾਉਣ ਵਾਲਿਆਂ ਨੇ, ਜੋ ਐਡੀਟਿੰਗ ਕਰਦੇ ਨੇ। ਦੂਜੇ ਜੱਜ ਸਾਹਿਬ ਲੈ ਲਓ ਜੈਪੁਰ ਦੀ ਹਾਈ ਕੋਰਟ ਦੇ, ਉਹ ਜਨਾਬ ਕਹਿੰਦੇ ਚੀਤੇ ਨੂੰ ਨਹੀਂ,
ਗਾਂ ਨੂੰ ਕੌਮੀ ਪਸ਼ੂ ਬਣਾਓ। ਨੈਸ਼ਨਲ ਬਰਡ ਹੈ ਕਹਿੰਦੇ ਇੰਡੀਆ ਦਾ ਪੀਕੌਕ, ਇਹ ਬੜਾ ਪਵਿੱਤਰ ਹੈ। ਇਹ ਕਹਿੰਦੇ ਮੋਰਨੀ ਨਾਲ ਸੈਕਸ ਨਹੀਂ ਕਰਦਾ, ਮੀਟਿੰਗ ਨਹੀਂ ਕਰਦਾ। ਇਹ ਕਹਿੰਦੇ ਬ੍ਰਹਮਚਾਰੀ ਹੈ। ਇਹ ਕਹਿੰਦੇ ਪਾਲ ਪਾਉਂਦਾ, ਇਹਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਨੇ ਸੀਮਨ ਰੂਪ ਦੇ ਵਿੱਚ, ਤੇ ਉਹ ਹੰਝੂ ਮੋਰਨੀ ਚੁਗ ਲੈਂਦੀ ਹੈ ਤੇ ਮੋਰਨੀ ਪ੍ਰੈਗਨੈਂਟ ਹੋ ਜਾਂਦੀ ਹੈ। ਇਸ ਕਰਕੇ ਕਹਿੰਦੇ ਪਵਿੱਤਰ ਹੈ, ਬ੍ਰਹਮਚਾਰੀ ਹੈ। ਕਹਿੰਦੇ ਇਹ ਤਾਂ ਪੂਜਣਯੋਗ ਹੈ। ਕਹਿੰਦੇ ਮੋਰ। ਇਹ ਗਿਆਨ ਦਿੱਤਾ ਜਿਹੜੇ ਨੇ ਰਾਜਸਥਾਨ ਹਾਈ ਕੋਰਟ ਦੇ ਜਸਟਿਸ ਨੇ ਮੋਹਨ ਚੰਦਰ ਸ਼ਰਮਾ ਸਾਹਿਬ, ਪੰਡਤ ਨੇ, ਦੋਨੋਂ ਹੀ ਇੰਟਲੈਕਚੁਅਲ ਵੀ ਹੁੰਦੇ ਨੇ। ਤੇ ਇਹ ਤਾਂ ਉਹ ਬੁੱਧੀਮਾਨੀ ਤੇ ਵੀ ਸਵਾਲ ਖੜਾ ਕਰ ਦਿੱਤਾ, ਭਾਈ ਜੱਜ ਸਾਹਿਬ ਅੰਗਰੇਜ਼ੀ ਪੜ੍ਹਿਓ, ਰਾਜਸਥਾਨ 'ਚ ਵੈਸੇ ਵੀ ਮੋਰ ਬਹੁਤ ਮੀਟਿੰਗ ਕਰਦੇ ਨੇ, ਪੀਕੌਕ ਤੇ ਪੀਹਨ, ਸੋ ਵੇਖਿਆ ਜਾ ਸਕਦਾ। ਉਹੀ ਸੁਣੀਆਂ ਸੁਣਾਈਆਂ ਗੱਲਾਂ ਜੇ ਸਾਡੇ ਇਹਨਾਂ ਹਾਈ ਕੋਰਟਾਂ ਦੇ ਜੱਜਾਂ ਕੋਲ ਨੇ, ਤੇ ਫਿਰ ਬਾਕੀ ਫੈਸਲੇ ਇਹਨਾਂ ਦੇ ਕਿੱਦਾਂ ਦੇ ਹੋਣਗੇ? ਆਹ 2 ਜੱਜਾਂ ਦਾ ਮੈਂ ਜ਼ਿਕਰ ਕੀਤਾ ਜਿਹੜੇ ਬੜੇ ਚਰਚਿਤ ਨੇ, ਪਰ ਇਹਨਾਂ ਦੇ ਜਿਹੜੇ ਸ਼ਰਧਾ ਉੱਲੂ ਨੇ, ਇਹ ਕਹਿੰਦੇ ਜੀ ਕਿਆ ਗਿਆਨ ਦੇ ਰਹੇ ਨੇ। ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ। ਇੱਦਾਂ ਦੇ ਜਿਹੜੇ ਕੱਚਕਰੜ ਚੀਜ਼ਾਂ ਆਪਣੀਆਂ ਸਵੈ ਜੀਵਨੀਆਂ ਦੇ ਵਿੱਚ ਇਹ ਜੱਜ ਲਿਖਦੇ ਨੇ। ਕੀ ਕਰੋਗੇ ਇਹਨਾਂ ਨੂੰ? ਚੰਡੀਗੜ੍ਹ ਆ ਜਾਓ। ਉਹ ਜਿਹੜੀ ਨਿਰਮਲ ਕੌਰ ਨੇ ਕੇਸ ਚੁੱਕਿਆ ਸੀ, ਉਹ ਦੇਣਾ ਕਿਸੇ ਹੋਰ ਨਿਰਮਲ ਦੇ ਸੀ, ਪੈਸਿਆਂ ਦਾ ਬੰਡਲ ਭੇਜਿਆ, ਉਹ ਵਿਚਾਰਾ ਨਿਰਮਲ ਨਾਂ ਦੇਖ ਕੇ ਕਿਸੇ ਹੋਰ ਦੇ ਘਰੇ ਕਹਿੰਦੇ ਜੀ ਆ ਗਿਫਟ ਆਇਆ। ਜਦੋਂ ਦੇਖਿਆ ਰੁਪਈਆਂ ਦਾ ਬੰਡਲ ਅਖਬਾਰਾਂ 'ਚੋਂ ਨਿਕਲਿਆ, ਉਹਨੇ ਪੁਲਿਸ ਸੱਦ ਲਈ, ਕਹਿੰਦੇ ਮੈਨੂੰ ਪੈਸੇ। ਉਹ ਜਸਟਿਸ ਨਿਰਮਲ ਵਾਲਾ ਕੇਸ ਕੀ ਹੋਇਆ ਸੀ? ਫਿਰ ਉਸ ਤੋਂ ਬਾਅਦ ਚੰਡੀਗੜ੍ਹ ਆ ਜਾਓ, ਅੰਕਲ ਜੱਜ ਲਫ਼ਜ਼ ਬੜਾ ਮਸ਼ਹੂਰ ਹੋਇਆ ਸੀ। ਇਹ ਜਿਹੜੇ ਜੱਜ ਨੇ, ਇਹ ਆਪਣੇ ਭਤੀਜਿਆਂ ਨੂੰ, ਭਾਣਜਿਆਂ ਨੂੰ ਜਾਂ ਜਾਲੀ ਬੰਦਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਵਕੀਲ ਬਣਾ ਕੇ ਲਿਆਉਂਦੇ ਆ, ਜਿਹੜੇ ਬਾਇਆ ਗੰਗਾਨਗਰ ਡਿਗਰੀਆਂ ਕਰਕੇ ਆਏ ਆ। ਤੇ ਉੱਥੇ ਸੁਰਿੰਦਰ ਵੀਰ, ਫਿਰ ਤੁਸੀਂ ਤਾਂ ਸਾਰਾ ਜਾਣਦੇ ਹੋ, ਤੁਹਾਡੇ ਨਾਲ ਦੇ ਕਿੰਨੇ ਨਲਾਇਕ ਬਣੇ ਹੋਏ ਨੇ ਜੱਜ। ਤੇ ਉਹ ਜਿਹੜਾ ਸਾਰਾ ਵਰਤਾਰਾ, ਤੇ ਫਿਰ ਉਹਨਾਂ ਦੇ ਜਿਹੜੇ ਇਹਨਾਂ ਦੇ ਭਤੀਜੇ ਭਾਣਜੇ ਹੁੰਦੇ ਨੇ, ਉਹ ਫਿਰ ਆਪਣੇ ਅੰਕਲ ਜੱਜ ਨੂੰ ਕਹਿ ਕੇ ਕੇਸ ਜਿਹੜਾ ਨੇ ਲੈਂਦੇ ਨੇ। ਤੇ ਜਿਹੜੀ ਰਿਸ਼ਵਤ ਜੱਜ ਨੂੰ ਜਾਣੀ ਆ, ਉਹ ਵਕੀਲ ਮੋਟੇ ਹੀ ਲੈਂਦਾ। ਅਗਲਾ ਕਹਿੰਦਾ ਇਹ ਜੱਜ ਦਾ ਰਿਸ਼ਤੇਦਾਰ ਹੈ, ਜੱਜ ਦਾ ਅੰਕਲ ਹੈ, ਇਹਨੂੰ ਕੇਸ ਦਿਓ, ਤੁਸੀਂ ਜਿੱਤ ਹੀ ਜਾਣਾ। ਉਹ ਨਲਾਇਕ ਕਾਕੇ, ਨਲਾਇਕ ਔਲਾਦ, ਤੇ ਜਾਂ ਇਹਨਾਂ ਦੇ ਰਖੈਲਾਂ ਕਹਿ ਲਈਏ, ਬੀਬੀਆਂ ਵੀ ਹੈਗੀਆਂ ਕਈ ਸਾਰੀਆਂ ਉਹਨਾਂ ਅੰਕਲ ਜੱਜਾਂ ਵਾਲੇ ਕੇਸਾਂ 'ਚ, ਉਹ ਫਿਰ ਰਿਸ਼ਵਤ ਦਿੰਦੀਆਂ ਨੇ। ਸਰੀਰਕ ਜਿਸਮਾਨੀ ਹਰ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਜੁਡੀਸ਼ਰੀ ਦਾ, ਤੇ ਕਈ ਮਾਮਲੇ 'ਚ ਜੁਡੀਸ਼ਰੀ ਗਲਤ ਵੀ ਹੈ। ਹੁਣ ਤੁਸੀਂ ਵੇਖੋ ਕਿੰਨੇ ਕੇਸ ਸੀਗੇ ਜਿਹੜੇ IG ਕਈ ਸਸਪੈਂਡ ਨੇ ਜਾਂ ਹੋਰ ਨੇ, ਜੱਜ ਪਾਣੀ ਭਰਦੇ ਸੀ, ਉਹਨਾਂ ਦਾ ਦਬਕਾ ਮਾਰ ਕੇ ਕੇਸ ਲਿਖਵਾਉਂਦੇ ਸੀ ਕਿ ਆਹ ਜੱਜਮੈਂਟ ਲਿਖ। ਉਹਨਾਂ ਨੇ ਆਪਣੀਆਂ ਜਿਹੜੀਆਂ ਆਪਣੇ ਯੂਨੀਵਰਸਿਟੀ 'ਚ ਆਪਾਂ ਜਾਣਦੇ ਹੀ ਹਾਂ ਜਾਂ ਹੋਰ ਹੈ, ਕਈਆਂ ਨੇ ਆਪਣੀਆਂ ਰਖੇਲਾਂ ਜੱਜ ਬਣਾਈਆਂ ਹੋਈਆਂ ਨੇ, ਮਾਫ ਕਰਨਾ, ਪੁਲਿਸ ਵਾਲਿਆਂ ਨੇ। ਤੇ ਉਹ ਫਿਰ ਇਸ ਤਰ੍ਹਾਂ ਦੇ ਫੈਸਲੇ ਸੁਣਾਉਂਦੀਆਂ ਨੇ ਜੋ ਉਹਨਾਂ ਅਫਸਰਾਂ ਨੂੰ ਪਸੰਦ ਨੇ। ਕਿਉਂਕਿ ਇੱਥੋਂ ਤੱਕ ਸੀਮਤ ਨਹੀਂ, ਕਿੰਨੇ ਬੰਦੇ ਆਪਾਂ 2-4 ਨੂੰ ਤਾਂ ਪਰਸਨਲੀ ਜਾਣਦੇ ਹਾਂ, ਪੰਜਾਬ ਯੂਨੀਵਰਸਿਟੀ ਵਾਲਿਆਂ ਨੂੰ, ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਨੂੰ, ਜਿਹੜੀਆਂ ਬੀਬੀਆਂ ਰਖੇਲਾਂ ਸੀ ਇਹਨਾਂ ਦੀਆਂ ਉੱਚ ਅਧਿਕਾਰੀਆਂ ਦੀਆਂ, ਤੇ ਉਹਨਾਂ ਨੂੰ PPSC ਦੇ ਰਾਹੀਂ ਉੱਥੇ ਪਲਾਂਟ ਕਰਾਇਆ ਗਿਆ, ਜੱਜ ਬਣਾਇਆ ਗਿਆ, ਤੇ ਅੱਜ ਉਹ ਬੀਬੀਆਂ ਧੜਾ ਧੜ ਫੈਸਲੇ ਸੁਣਾ ਰਹੀਆਂ ਨੇ। ਵਿਆਹ ਦਿੱਤੀਆਂ ਨੇ ਸਾਊ ਜੇ ਘਰ ਵਾਲਿਆਂ ਨਾਲ, ਤੇ ਕੰਮ ਕਰਦੀਆਂ ਨੇ ਉਹ ਇਹਨਾਂ ਅਫਸਰਾਂ ਦੇ ਲਈ। ਮਨ ਭਾਉਂਦੇ ਫੈਸਲੇ ਉਹ ਬੀਬੀਆਂ ਕਰ ਰਹੀਆਂ ਨੇ। ਤੇ ਇਸ ਕਰਕੇ ਹਾਲਾਂਕਿ ਆਪਾਂ ਜੋ ਅੱਜ ਕਰਨ ਲੱਗੇ ਹਾਂ, ਇਹ ਤਾਂ ਮਾਣਯੋਗ ਅਦਾਲਤ ਕਰਨਾ ਪੈਂਦਾ, ਪਰ ਮਾਣਯੋਗ ਹੈ ਹੀ ਨਹੀਂ। ਇਹ ਮਸਾਲਾ ਨੇ ਇਹਨਾਂ ਜੱਜਾਂ ਦੀਆਂ। ਤੇ ਉਹ ਬੀਬੀਆਂ ਵੀ ਹੈਗੀਆਂ 2-3 ਪੰਜਾਬ 'ਚ ਚਰਚਿਤ, ਜਿਹੜੀਆਂ ਰਖੇਲਾਂ ਰਹੀਆਂ ਨੇ, ਹੁਣ ਵੀ ਹੈਗੀਆਂ। ਵਿਚਾਰੇ ਸਾਊ ਜੇ ਘਰ ਵਾਲੇ ਨੇ, ਬੁੱਧੂ ਉਹਨਾਂ ਦੇ, ਪਤਨੀ ਪੀੜਤ, ਤੇ ਉਹ ਜਿਹੜੀਆਂ ਨੇ ਜੱਜਮੈਂਟ ਸੁਣਾ ਰਹੀਆਂ ਨੇ ਉੱਚ ਅਧਿਕਾਰੀਆਂ ਦੇ ਕਹਿਣ ਤੇ। ਜੀ ਸੁਰਿੰਦਰ ਵੀਰ, ਦੇਖੋ ਬਹੁਤਾਤ, ਕਿਉਂਕਿ ਮੇਰਾ ਡਿਸਟ੍ਰਿਕਟ ਕੋਰਟ ਨਾਲ ਬਹੁਤਾ ਸੰਬੰਧ ਨਹੀਂ ਰਿਹਾ, ਪਰ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿਹੜੇ ਨਵੇਂ ਮੈਜਿਸਟ੍ਰੇਟ ਆਉਂਦੇ ਨੇ, ਜਿੰਨੀ ਦੇਰ ਤੱਕ ਸੀਨੀਅਰ ਸਬ ਜੱਜ ਤੱਕ ਨਹੀਂ ਪਹੁੰਚਦੇ, ਭਾਵੇਂ ਚੀਫ ਜਸਟਿਸ ਵੀ ਆਪਣਾ ਨਾਂ ਕੀ ਹੈ, CJM ਵੀ ਕਿਉਂ ਨਾ ਬਣ ਜਾਣ, ਪਰ ਇਹ ਸੀਨੀਅਰ ਸਬ ਜੱਜ ਤੱਕ ਜਾਂਦਿਆਂ ਦੀ ਥੋੜੀ ਬਹੁਤੀ ਬੁੱਧੀ ਜਿਹੜੀ ਆ ਉਹ ਖੁੱਲਦੀ ਆ। ਪਿੱਛੇ ਬਹੁਤਿਆਂ ਦੀ ਹਾਲਾਤ ਇਹ ਆ ਕਿ ਇਹਨਾਂ ਨੂੰ ਜੱਜਮੈਂਟ ਹੀ ਨਹੀਂ ਲਿਖਣੀ ਆਉਂਦੀ। ਜੱਜਮੈਂਟ ਕੌਣ ਲਿਖਦਾ? ਜਿਹੜਾ ਸਰਕਾਰੀ ਵਕੀਲ ਆ। ਜੇ ਸਰਕਾਰੀ ਵਕੀਲ ਹੰਡਿਆ ਹੋਇਆ ਵਧੀਆ ਮਿਲ ਗਿਆ ਇਹਨਾਂ ਨੂੰ, ਤੇ ਫਿਰ ਉਹਦੇ ਨਾਲ ਇਹਨਾਂ ਦੀ ਗੋਟੀ ਫਿੱਟ ਹੋ ਜਾਂਦੀ ਆ। ਫਿਰ ਫੈਸਲੇ ਸਾਰੇ ਉਹ ਲਿਖਾਉਂਦਾ, ਉਹਦੀ ਡਿਊਟੀ ਹੁੰਦੀ ਆ, ਕਹਿੰਦੇ ਉੱਧਰ ਬੈਠ ਕੇ ਲਿਖਾ ਦੇ ਯਾਰ ਸਾਰੇ ਫਾਈਲਾਂ ਚੱਕਾ, ਇੰਨੇ ਡਿਸੀਜਨ ਹੋਏ ਪਏ ਆ, ਫਟਾਫਟ ਇਹਦੇ ਲਿਖਾ, ਕੰਮ ਨਿਪਟਾਈਏ। ਕਿਉਂਕਿ ਪਤਾ ਕੀ, ਜਦੋਂ ਹਾਈ ਕੋਰਟ ਵੱਲੋਂ ਇੰਸਪੈਕਸ਼ਨ ਆਉਂਦੀ ਆ, ਉਸ ਵੇਲੇ ਜਿਹੜਾ ਵੀ ਹਾਈ ਕੋਰਟ ਦਾ ਜੱਜ ਆਇਆ, ਉਹਨੇ ਆ ਕੇ ਚੈੱਕ ਕਰਨਾ ਹੁੰਦਾ ਵੀ ਕਿਹੜੀ ਕੋਰਟ ਦੇ ਵਿੱਚ
ਕਿੰਨੇ ਫੈਸਲੇ ਸੁਣਾਏ ਗਏ ਤੇ ਉਹਨਾਂ ਫੈਸਲਿਆਂ ਚੋਂ ਕਿਹਦੀ ਜੱਜਮੈਂਟ ਪੈਂਡਿੰਗ ਆ ਜਿਹੜੀ ਨਹੀਂ ਲਿਖੀ ਗਈ। ਕਿਉਂਕਿ ਮੋਸਟਲੀ ਕੀ ਹੁੰਦਾ ਕਿ ਜਿਸ ਦਿਨ ਫੈਸਲਾ ਸੁਣਾਇਆ ਜਾਣਾ ਉਦਣ ਜੱਜਮੈਂਟ ਲਿਖੀ ਹੋਣੀ ਚਾਹੀਦੀ ਤੇ ਉਹਦਾ ਆਰਡਰ ਜਿਹੜਾ ਉਹ ਸਾਹਮਣੇ ਹੋਣਾ ਚਾਹੀਦਾ। ਪਰ ਇੱਥੇ ਕੀ ਆ, ਕਈ ਵਾਰੀ ਮਹੀਨਾ ਜੱਜਮੈਂਟ ਨਹੀਂ ਲਿਖੀ ਜਾਂਦੀ, ਉਹਦੇ ਫੈਸਲਾ ਸੁਣਾਤਾ, ਬਰੀ ਕਰਤਾ, ਜਾਓ ਜੀ ਜਾਓ, ਗੱਲ ਖਤਮ ਆ। ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਆ ਇਹਦੀ ਜੱਜਮੈਂਟ ਦੀ ਤਾਂ ਆਰਡਰ ਦੀ ਕਾਪੀ ਜਿਹੜੀ ਉਹ ਬਾਅਦ 'ਚ ਲੈ ਦਿਓ। ਠੀਕ ਹੈ, ਲਈ ਤਾਂ ਆਰਡਰ ਦੀ ਜਾਂਦੀ ਹੈ, ਜੱਜਮੈਂਟ ਦੀ ਬਹੁਤ ਘੱਟ ਲੈਂਦੇ ਆ, ਪਰ ਉਹ ਲਿਖਿਆ ਨਹੀਂ ਜਾਂਦਾ। ਇਹ ਬੜੀ ਸਮੱਸਿਆ। ਫਿਰ ਉਹਦੇ 'ਚ ਕੀ ਹੁੰਦਾ ਕਿ ਸਰਕਾਰੀ ਵਕੀਲ ਨਾਲ ਅਟੈਚ ਹੁੰਦਾ, ਸਰਕਾਰੀ ਵਕੀਲ ਦੇ ਥਰੂ ਹੀ ਨੀਚੇ ਤੋਂ ਜਿਹੜਾ ਉਹ ਸਾਰਾ ਗੰਦ ਹੀ ਇਕੱਠਾ ਕਰਕੇ ਲਿਆਂਦਾ ਜਾਂਦਾ, ਕਿਉਂਕਿ ਗਾਂਧੀ ਦੀ ਡਿਊਟੀ ਮੋਸਟਲੀ ਜਿਹੜੀ ਉਹ ਸਰਕਾਰੀ ਵਕੀਲ ਦੀ ਹੁੰਦੀ ਆ, ਕਿਉਂਕਿ ਜੱਜ ਜਿਹੜਾ ਉਹਦੀ ਪਬਲਿਕ ਡੀਲਿੰਗ ਬਹੁਤੀ ਨਹੀਂ ਹੁੰਦੀ, ਸਰਕਾਰੀ ਵਕੀਲ ਦੀ ਆ। ਪੁਲਿਸ ਵੱਲੋਂ ਸਟੇਟ ਵੱਲੋਂ ਉਹਨੇ ਝਗੜਨਾ ਤੇ ਇਸ ਕਰਕੇ ਸਾਰੀ ਡੀਲਿੰਗ ਜਿਹੜੀ ਆ ਉਹਦੇ ਥਰੂ ਚੱਲਦੀ ਆ। ਇਸ ਵੇਲੇ ਇਹ ਸਿਸਟਮ ਜਿਹੜਾ ਪੂਰੀ ਸਟੇਟ ਦਾ ਚੱਲਣ ਡਿਆ ਹੋਇਆ, ਪਰ ਬਹੁਤਾਤ ਜਿਹੜੇ ਆ ਉਹ ਜੱਜਮੈਂਟ ਲਿਖਣ ਦੇ ਕਾਬਲ ਨਹੀਂ ਹੈ। ਇਹ ਸਮੱਸਿਆ ਇੱਥੇ ਗੱਲ ਆਈ ਸੀ ਜੀ। ਦੇਖੋ ਜੀ, ਸਾਡੀ ਰਿਜ਼ਰਵੇਸ਼ਨ ਮੈਂ ਰਿਜ਼ਰਵੇਸ਼ਨ ਦੀ ਹਾਲਤ ਦੇਖੀ ਆ ਕਿ ਬੰਦੇ ਐਡੀਸ਼ਨਲ ਸੈਸ਼ਨ ਜੱਜ ਤੱਕ ਪਹੁੰਚ ਗਏ ਪਰ ਜੱਜਮੈਂਟ ਫੇਰ ਨਹੀਂ ਲਿਖਣੀ ਆਈ। ਠੀਕ ਹੈ, ਹੁਣ ਐਡੀਸ਼ਨਲ ਸੈਸ਼ਨ ਜੱਜ ਆ 6 ਹੋਣਗੇ 7 ਹੋਣਗੇ, ਕ੍ਰਾਈਮ ਦੇ ਹਿਸਾਬ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਆ, ਡਿਸਟ੍ਰਿਕਟ ਕੋਰਟ 'ਚ ਆ, ਤੇ ਸੈਸ਼ਨ ਜੱਜ ਤੇ ਐਡੀਸ਼ਨਲ ਸੈਸ਼ਨ ਜੱਜ ਇਹਨਾਂ ਕੋਲ ਇਕੁਅਲ ਪਾਵਰ ਆ। ਉਹ ਸਿਰਫ ਹੈਡ ਆ, ਬਾਕੀ ਇਹਨਾਂ ਕੋਲ ਇਕੁਅਲ ਪਾਵਰ ਆ। ਸੈਸ਼ਨ ਜੱਜ ਨੇ ਕੇਸ ਦੇਣਾ ਕਿ ਇਹ ਕੇਸ ਕਿਹਦੇ ਕੋਲ ਜਾਣਾ, ਉਹਦੇ ਕੋਲ ਪੈਂਡਿੰਗ ਕੇਸ ਕਿੰਨੇ ਆ ਤੇ ਕਿੰਨੇ ਹੋਰ ਦੇਣੇ ਆ, ਉਹ ਉਹਦਾ ਅਧਿਕਾਰ ਆ। ਕਿਹੜਾ ਉਹਨੇ ਆਪ ਸੁਣਵਾਈ ਕਰਨੀ, ਕਿਹੜਾ ਉਹਨੇ ਅੱਗੇ ਦੇਣਾ। ਠੀਕ ਹੈ, ਅੱਗੇ ਤਾਂ ਸੁਰਿੰਦਰ ਵੀਰ ਮੈਨੂਅਲ ਹੁੰਦਾ ਸੀ ਕੰਮ, ਜੱਜਮੈਂਟਾਂ ਲਿਖੀਆਂ ਲਿਖਾਈਆਂ ਨੇ ਜਿਹੜੀਆਂ ਰਿਟਾਇਰਿੰਗ ਰੂਮ 'ਚ ਆ ਜਾਂਦੀਆਂ ਸੀਗੀਆਂ, ਪਰ ਹੁਣ ਤੇ ਆਨਲਾਈਨ ਹੋ ਗਿਆ। ਬੰਦਾ ਦਿੱਲੀ ਦੇਖਣ ਬੈਠਾ ਨਾ, ਕਈ ਵਾਰੀ ਘਰ ਵਾਲੀ ਉਹ ਜੱਜਮੈਂਟ ਲਿਖਦੀ ਹੁੰਦੀ ਹੈ ਜਿਹਦੇ ਕੋਲ ਸਮਾਨ ਪਹੁੰਚਿਆ ਹੁੰਦਾ, ਜਿਸ ਹਿਸਾਬ ਨਾਲ ਸਮਾਨ, ਕਿਉਂਕਿ ਉਹ ਵੀ ਵਕੀਲਣੀਆਂ ਹੁੰਦੀਆਂ ਅੱਧੋਂ ਵੱਧ, ਜਾਂ ਕੋਈ ਮਾਤੜ ਆਪਣੇ ਵਰਗਾ ਇੰਟੈਲੀਜੈਂਟ ਰੱਖਿਆ ਹੁੰਦਾ, ਜਿਵੇਂ ਪਟਵਾਰੀਆਂ ਨੇ ਫੀਲੇ ਰੱਖੇ ਹੁੰਦੇ ਆ। ਉਹ ਜੱਜਮੈਂਟਾਂ ਕਈਆਂ ਦੀਆਂ ਤੇ ਘਰਾਂ ਤੋਂ ਆਉਂਦੀਆਂ ਨੇ, ਤੇ ਉਹ ਫਿਰ ਜੱਜ ਸਾਹਿਬ ਨੂੰ ਕਹਿੰਦੇ ਨੇ ਜੱਜਮੈਂਟ ਭੇਜਤੀ, ਮੈਂ ਇਸ ਫੈਸਲੇ ਸੁਣਾ ਦੇਈ, ਤੇ ਆਨਲਾਈਨ ਆਉਂਦੀ ਆ, ਫਟਾਫਟ ਕੱਢ ਕੇ ਉਹ ਨਾਲ ਦੀ ਨਾਲ ਕਾਪੀ ਪੇਸਟ ਕਰਕੇ ਚਲੋ ਜੀ, ਫਲਾਣਾ ਸਿਓ ਅੰਦਰ ਫਲਾਣਾ ਸਿਓ ਬਾਹਰ। ਸੋ ਹੁਣ ਤਾਂ ਆਨਲਾਈਨ ਸਿਸਟਮ ਨੇ ਕਮਾਲ ਹੀ ਕਰ ਦਿੱਤੀ ਹੈ। ਕਈ ਘਰੋਂ ਫੈਸਲੇ ਆਉਂਦੇ ਆ ਕਈਆਂ ਦੇ, ਤਾਂ ਅਗਲਾ ਕਹਿੰਦਾ ਜੱਜਣੀ ਨੂੰ ਮਿਲੋ, ਜੱਜ ਤੋਂ ਕੀ ਲੈਣਾ, ਇਹ ਤਾਂ ਐਵੇਂ ਹੀ ਆ, ਰਾਂਝਾ ਹੀ ਹੈ ਜੀ। ਮੈਂ ਹੁਣ ਤੁਸੀਂ ਪਟਵਾਰੀਆਂ ਦੀ ਗੱਲ ਕੀਤੀ, ਮੈਨੂੰ ਹਾਸਾ ਆ ਗਿਆ। ਇੱਕ ਮਿੱਤਰ ਸੀ ਆਪਣਾ, ਉਹ ਵਿਚਾਰਾ ਨਾਇਬ ਤਹਿਸੀਲਦਾਰ ਰਿਟਾਇਰ ਹੋ ਗਿਆ ਹੁਣ। ਠੀਕ ਹੈ, ਚਲੋ ਹੱਸ ਲੋ। ਵੈਸੇ ਜਿਸ ਤਰ੍ਹਾਂ ਦੇ ਆਪਾਂ ਲੱਛਣ ਫੜੇ ਨਾ ਪਿਛਲੇ ਹਫ਼ਤੇ ਦੇ, ਡਾਵਲ ਸਾਹਿਬ ਤੋਂ ਲੈ ਕੇ ਨਾ ਅਜੀਤ ਡਵਾਲ ਤੋਂ ਲੈ ਕੇ ਜੱਜਾਂ ਨੂੰ ਵੀ ਪੈ ਨਿਕਲੇ ਆ, ਰੇਡੀਓ ਬੰਦ ਕਰਾਉਣ ਵਾਲੀ ਗੱਲ ਹੈ। ਹੱਸਣਾ ਹੁਣ ਉਹਨਾਂ ਨੇ ਆ, ਦੋਸ਼ਾਂ ਨੂੰ ਆਪਾਂ ਨੇ ਤਾਂ ਰੋਣਾ ਹੀ, ਇਸ ਕਰਕੇ ਹੱਸ ਲੋ ਭਰਾਵਾ। ਕੋਈ ਨੀ, ਹੁਣ ਮੈਂ ਕਿਹਾ ਜਿੱਤੇ ਇੰਨੇ ਰੱਖੇ ਇੱਕ ਹੋਰ ਕਾ ਛੱਡਣਾ ਕਾਹਨੂੰ। ਚਲੋ ਉਹਦਾ ਬੇਟਾ ਬੜਾ ਇੰਟੈਲੀਜੈਂਟ ਸੀ, ਦੂਨ ਸਕੂਲ ਤੋਂ 3 ਵਾਰੀ ਫੇਲ ਹੋ ਗਿਆ। ਠੀਕ ਹੈ ਜੀ, ਫਿਰ ਬੁੱਢਾ ਦਲ ਪਾਇਆ ਪਟਿਆਲੇ, ਉਹਦੇ ਚੋਂ ਵੀ 1 ਵਾਰੀ ਫੇਲ ਹੋ ਗਿਆ, ਫਿਰ ਮੇਰੇ ਕੋਲ ਆ ਗਿਆ, ਉਹ ਵੀਰ ਆਹ ਕੁਛ ਹੋ ਗਿਆ। ਮੈਂ ਕਿਹਾ ਲਿਆ ਕੋਈ ਨੀ, ਚਲੋ ਜੀ, ਉਹਦੇ ਮੁੰਡਾ ਉਹਦਾ ਪਾਸ ਹੋ ਗਿਆ, ਚਲੋ ਪਾਸ ਕਰਾ ਕੇ ਤੋੜ ਨਹੀਂ, ਫਿਰ ਤੁਸੀਂ ਤੁਹਾਡੇ ਵਾਲਾ ਲੋਨ ਦਿੱਤਾ ਨਾ ਛਿੱਤਰ ਲਾ ਕੇ। ਹਾਂ, ਦਾਦਾ ਅੱਜ ਕੱਲ ਉਹ ਕੈਨੇਡਾ 'ਚ ਆ ਬੱਚਾ। ਠੀਕ ਹੈ, ਉਹ ਜਿਹੜਾ ਦੂਨ ਸਕੂਲ ਵਾਲਿਆਂ ਤੋਂ ਨਹੀਂ ਪੜਿਆ, ਜਿਹੜਾ ਬੁੱਢਾ ਦਲ ਵਾਲਿਆਂ ਤੋਂ ਨਹੀਂ ਪੜਿਆ, ਮੇਰੇ ਤੋਂ ਪੜ ਗਿਆ। ਠੀਕ ਹੈ, ਤੇ ਮੈਨੂੰ ਹਾਦਸਾ ਤਾਂ ਆਇਆ ਕਰੇ, ਮੈਨੂੰ ਫੋਨ ਆਇਆ, ਮੈਂ ਕਿਹਾ ਹਾਂ ਦੱਸੋ ਕਿੱਦਾਂ ਕੀਤਾ। ਕਹਿੰਦਾ ਮੇਰੇ ਬੜੀਆਂ ਜੁੱਤੀਆਂ ਪਈਆਂ। ਮੈਂ ਕਿਹਨੇ ਮਾਰੀਆਂ? ਕਹਿੰਦਾ ਬੇਟੇ ਨੇ ਮਾਰੀਆਂ। ਮੈਂ ਬੇਟੇ ਨੂੰ 에ਅਰਪੋਰਟ ਲੈਣ ਆਇਆ ਸੀ। ਕਹਿੰਦਾ ਬੇਟਾ ਕਹਿੰਦਾ ਅੰਕਲ ਦਾ ਕੀ ਹਾਲ ਆ? ਕਹਿੰਦਾ ਮੈਂ ਕਿਹਾ ਯਾਰ 4 ਸਾਲ ਹੋ ਗਏ ਮੈਂ ਤਾਂ ਮਿਲਿਆ ਹੀ ਨਹੀਂ। ਕਹਿੰਦਾ ਮੈਨੂੰ ਬੇਟੇ ਨੇ ਬੜੀਆਂ ਲਾਹਨਤਾਂ ਪਾਈਆਂ। ਮੈਂ ਕਿਹਾ ਚੰਗਾ, ਚੱਲ ਕਿਸੇ ਨੇ ਤਾਂ ਪਾਈਆਂ, ਤੈਨੂੰ ਇੰਨਾ ਹੀ ਬਹੁਤ ਆ। ਹੁਣ ਸ਼੍ਰੀਮਾਨ ਜੀ ਨਾਇਬ ਤਹਿਸੀਲਦਾਰ ਰਿਟਾਇਰ ਹੋ ਗਏ। ਮੈਂ ਇੱਕ ਦਿਨ ਫੋਨ ਲਾਇਆ, ਕੋਈ ਕੰਮ ਸੀ। ਮੈਂ ਕਿਹਾ ਕਿੱਥੇ ਆ? ਕਹਿੰਦਾ ਉਹਨੇ ਮੈਨੂੰ ਦੱਸਿਆ ਫਲਾਣੇ ਆਫਿਸ 'ਚ। ਮੈਂ ਉੱਥੇ ਕਰਦਾ। ਕਹਿੰਦਾ ਮੈਂ ਇੱਕ ਪਟਵਾਰੀ ਨਾਲ ਲੱਗਿਆ। ਮੈਂ ਲਾਹਨਤ ਆ ਤੇਰੇ ਯਾਰ, ਹੱਦ ਹੋ ਗਈ। ਰਾਸ਼ਟਰਪਤੀ ਆ ਕੇ ਸਰਪੰਚੀ ਦੀ ਚੋਣ ਲੜਨ ਲੱਗ ਗਿਆ। ਉਹ ਬਿਊਰੋ ਨਹੀਂ ਉਹ ਗਗੋਈ ਸਾਹਿਬ ਤੋਂ ਪਹਿਲਾਂ ਰਿਕਾਰਡ ਬਣਾ ਗਿਆ। ਹੋ ਸਕਦਾ ਗਗੋਈ ਸਾਹਿਬ ਨੂੰ ਗਾਈਡ ਉਹਨੇ ਕੀਤਾ ਹੋਵੇ, ਚੀਫ ਜਸਟਿਸ ਆਫ ਇੰਡੀਆ ਨੂੰ। ਮਤਲਬ ਮੈਨੂੰ ਹਾਦਸਾ ਇਹ ਆਵੇ ਵੀ ਤੂੰ ਨਾਇਬ ਤਹਿਸੀਲਦਾਰ ਰਿਟਾਇਰ ਹੋਇਆ, ਇੱਕ ਪਟਵਾਰੀ ਨਾਲ ਜਾ ਕੇ ਨੌਕਰੀ ਕਰ ਲਈ। ਨੌਕਰੀ ਵੀ ਕਾਹਦੀ ਕੀਤੀ? ਕਿਉਂਕਿ ਜੁਗਾੜੀ ਸ਼ੁਰੂ ਤੋਂ ਸੀਗਾ, ਤੇ ਜੁਗਾੜੀ 'ਚ ਹੁਣ ਕੁੜੀਆਂ ਦੋਨੋਂ ਅਮਰੀਕਾ ਵਿਆਹੀਆਂ ਹੋਈਆਂ, ਉੱਥੇ ਬੈਠੀਆਂ, ਘਰ ਵਾਲੀ ਉਹਨਾਂ ਕੋਲੇ ਆ, ਉਹ ਵੀ ਦੋਨੋਂ ਵਿਆਹੀਆਂ ਹੋਈਆਂ। ਮੁੰਡਾ ਵਿਆਹ ਤਾਂ ਮੁੰਡਾ ਜਿਹੜਾ, ਔਰ ਵੱਡੀ ਗੱਲ ਕਿ ਮੈਨੂੰ 3 ਵਿਆਹਾਂ ਤੇ ਨਹੀਂ ਸੱਦਿਆ ਪਤੰਦਰ ਨੇ। ਠੀਕ ਹੈ,
ਮੈਨੂੰ ਤਿੰਨਾਂ ਤੇ ਹੀ ਨਹੀਂ ਪਰ ਸੱਦਿਆ। ਨਿਗਾਹ ਮਿਲਾਉਣ ਦੇ ਕਾਬਲ ਨਹੀਂ ਨਾ ਹੁੰਦੇ, ਆਪਣੀ ਨਾਕਾਬਲੀਅਤ ਹੁੰਦੀ ਹੈ ਵੀ ਯਾਰ ਅੱਖ ਕਿਵੇਂ ਮਿਲਾਉਂ, ਉੱਥੇ ਤਾਂ ਟੌਰ ਮਾਰਨੀ ਸੀ ਉਹਨੇ, ਹੁਣ ਤੁਹਾਨੂੰ ਵੇਖ ਕੇ ਵਿਚਾਰੇ ਦਾ ਰੰਗ ਬਦਲਣਾ ਸੀ, ਤੁਹਾਨੂੰ ਕਿਉਂ ਸੱਦੇਗਾ ਬਈ? ਕਿਉਂਕਿ ਮਾਫ ਕਰਨਾ, ਬਹੁਤੇ ਬੰਦਿਆਂ ਦੀ ਜਿਹੜੀ ਕਾਬਲੀਅਤ ਹੈ ਨਾ ਉਹੀ ਉਹਨਾਂ ਦੀ ਦੁਸ਼ਮਣ ਹੁੰਦੀ ਹੈ। ਹੁਣ ਮੇਰੇ ਨਾਲ ਵੀ ਇਹੀ ਵਾਪਰ ਰਿਹਾ ਨਾ, ਅਗਲਾ ਕਹਿੰਦਾ ਯਾਰ ਜੇ ਉਹ ਇਸ ਅਦਾਰੇ 'ਚ ਆ ਗਿਆ ਤੇ ਸਾਡੀ ਫੱਟੀ ਪੋਚੀ ਜਾਊ। ਕਈ ਵਾਰੀ ਬੰਦੇ ਦੀ ਕਾਬਲੀਅਤ ਵੀ ਨਾ ਉਹਦੀ ਦੁਸ਼ਮਣ ਬਣਦੀ ਹੈ। ਪ੍ਰੋਬਲਮ ਇਸ ਗੱਲ ਦੀ ਹੈ। ਉਹ ਹੋਰ ਦੱਸਦਾ, ਇੱਕ ਹੋਰ ਲੈ ਲਵਾਂ, ਪਤਾ ਨਹੀਂ ਚੈਨਲ ਕਿੰਨੇ ਕੁ ਦਿਨ ਚੱਲਣਾ ਕਿੰਨਾ ਨਹੀਂ, ਇੱਕ ਜਾਂਦਾ ਜਾਂਦਾ ਹੋਰ ਲੈ ਲਾ। ਇੱਕ ਨਾ ਮਾਨਸੇ ਵਾਲਾ ਹੁੰਦਾ ਸੀਗਾ, ਚਲੋ ਮੇਰੇ ਬੜਾ ਨਜ਼ਦੀਕ ਸੀਗਾ। ਬਾਲਾ ਪਰਸਨਲ ਨਾ ਜਾਇਆ ਕਰੋ, ਸੁਣਦੇ ਸਾਰੇ ਆ ਵਿਚਾਰੇ, ਫਿਰ ਉਹ ਵੀ ਕਹਿੰਦੇ ਇਹਨਾਂ ਦਾ ਕੰਮ ਕਰਾਓ। ਉਹ ਪਰਸਨਲ ਨਹੀਂ ਲੈਂਦਾ। ਅੱਜ ਕੱਲ ਤੋਂ ਪ੍ਰਿੰਸੀਪਲ ਆ ਸੀਨੀਅਰ ਸੈਕੰਡਰੀ ਸਕੂਲ 'ਚ, ਬੜਾ ਵੱਡਾ ਨਾਮ ਆ, ਬੜੀ ਵੱਡੀ ਉਹਦੀ ਕੋਚਿੰਗ ਚੱਲਦੀ। ਉਹਨੂੰ ਭੋਲਾ ਕਹਿੰਦੇ ਹੁੰਦੇ ਸੀਗੇ। ਉਹ ਕੀ ਹੋਇਆ, ਮੈਨੂੰ ਕੋਈ ਕੰਮ ਸੀ ਤੇ ਮੈਂ ਉਹਨੂੰ ਫੋਨ ਲਾਇਆ। ਦਿਨ ਸੀਗਾ ਆਪਣੇ ਵਾਲਾ ਹੋਲੀ ਵਾਲਾ, ਠੀਕ ਹੈ। ਹੁਣ ਹੋਲੀ ਵਾਲੇ ਦਿਨ ਕਿਹਦਾ ਵਿਆਹ ਹੁੰਦਾ ਪਹਿਲਾਂ ਮੈਨੂੰ ਦੱਸੋ, ਠੀਕ ਹੈ। ਉਦੋਂ ਤੋਂ ਬਾਅਦ ਮੈਂ ਨਾ ਉਹਦਾ ਫੋਨ ਚੱਕਿਆ ਤੇ ਨਾ ਮੈਂ ਉਹਦਾ ਲਾਇਆ। ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਮੈਂ ਤੈਨੂੰ 5 ਮਿੰਟ ਮਿਲਣਾ, ਦੱਸ ਕਿੱਥੇ ਮਿਲਦਾ। ਕਹਿੰਦਾ ਪ੍ਰਧਾਨ ਜੀ ਮੈਂ ਨਾ ਮੈਰਿਜ ਤੇ ਚੱਲਿਆ। ਮੈਨੂੰ ਚੜਿਆ ਗੁੱਸਾ ਨਾਲ ਦੀ ਨਾਲ। ਮੈਂ ਫਿਰ ਜਿੰਨੀ ਕੋ ਤਸੱਲੀ ਕਰ ਸਕ, ਮੈਂ ਕਿਹਾ ਸ਼ਰਮ ਹੈਗੀ ਕੋਈ, ਭੋਲਾ ਹੀ ਆ ਨਾ, ਹੈ ਮੈਨੂੰ ਬੇਵਕੂਫ ਬਣਾਉਣਾ। ਮੈਂ ਕਿਹਾ ਅੱਜ ਹੋਲੀ ਆ। ਉਹ ਕਹਿੰਦਾ ਸੱਚ ਮੈਂ ਭੁੱਲ ਗਿਆ ਯਾਰ, ਮੈਂ ਭੁੱਲ ਗਿਆ। ਮਤਲਬ ਝੂਠ ਬੋਲਣ ਲੱਗੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਝੂਠ ਬੋਲਣਾ ਕਿੱਦਾਂ ਵਾ, ਠੀਕ ਹੈ ਨਾ। ਇਸ ਕਰਕੇ ਦੁਨੀਆ ਬੜੀ ਕਲਾਕਾਰ ਤੋਂ ਕਲਾਕਾਰ ਪਈ ਆ, ਠੀਕ ਹੈ ਨਾ। ਜਿਹੜਾ ਇਹ ਗਾਂਧੀ ਵਾਲਾ ਸਿਸਟਮ ਚੱਲਿਆ ਨਾ, ਇਹਨੇ ਬੜਾ ਜੁਡੀਸ਼ਲੀ ਦਾ ਨਹੀਂ, ਬੜੇ ਦੁਨੀਆ ਦਾ ਸਿਸਟਮ ਜਿਹੜਾ ਉਹ ਬੜਾ ਇਹਦਾ ਬੇੜਾ ਗਰਕ ਕੀਤਾ ਤੇ ਲੋਕ ਗਾਂ ਦੀ ਗਾਂ ਪਹੁੰਚ ਚੁੱਕੇ ਨੇ। ਨਹੀਂ ਖੈਰ ਚੰਗੇ ਵੀ ਨੇ ਪਟਵਾਰੀ ਆਪਣੇ। ਦੇਖੋ ਮੋਗੇ ਵਾਲੇ ਪਟਵਾਰੀ ਬਾਈ ਜੀ ਨੇ, ਉਹਨਾਂ ਨੇ ਪਟਵਾਰ ਖਾਨੇ 'ਚ ਲਾਇਬ੍ਰੇਰੀ ਖੋਲੀ ਹੈ। ਪਰ ਆ ਪਟਿਆਲੇ ਦੀ ਰੈਵਨਿਊ ਪਟਵਾਰ ਯੂਨੀਅਨ ਵਾਲੇ ਡਿਪਟੀ ਕਮਿਸ਼ਨਰ ਦੇ ਬਾਹਰ ਕੱਲ ਬੈਠੇ ਰਹੇ ਟਹਿਲ ਸਿੰਘ ਮੱਲੇਵਾਲ ਹੋਣੀ ਪ੍ਰਧਾਨ ਨੇ ਜਾਂ ਹੋਰ ਆਗੂ ਨੇ, ਕਈ ਜਾਇਜ਼ ਵੀ ਨੇ, ਬਹੁਤ ਜੈਨੂਅਨ ਬੰਦੇ ਵੀ ਨੇ, ਗੁਰਮੁਖ ਸਿੰਘ ਖੈਰਪੁਰੀ ਜਾਂ ਹੋਰ ਜਿਹੜੇ ਲੋਕ ਵਧੀਆ ਕੰਮ ਵੀ ਕਰ ਰਹੇ ਨੇ। ਸੋ ਮਰੇਕੋਟਲਾ ਦੇ ਵਿੱਚ ਵੀ ਜਾਂ ਹੋਰ ਵੀ ਇਹਨਾਂ ਨੂੰ ਵੀ ਸਮੱਸਿਆ ਮੰਨ, ਕਈ ਜਗ੍ਹਾ ਕੰਮ ਬਹੁਤ ਹੈ, ਬੰਦੇ ਰੱਖਣਾ ਇਹਨਾਂ ਦੀ ਮਜਬੂਰੀ ਵੀ ਹੈ। ਤੇ ਉਹ ਕੁਲਵੰਤ ਸਿੰਘ ਨੇ ਸਾਡੇ ਗਰਾਈ ਦੋਤਮਾਨ ਸਾਡੇ ਪਿੰਡੋਂ, ਚੰਗੇ ਬੰਦੇ ਵੀ ਹੈਗੇ ਨੇ, ਇਹਦੇ 'ਚ ਹੀ ਗੱਲ ਨਹੀਂ ਹੈ। ਤੇ ਉਹ ਵੀ ਕਈ ਥਾਂ ਮਜਬੂਰ ਵੀ ਨੇ। ਬਾਕੀ ਇਹ ਵੀ ਹੁਣ ਗੁਰਬਾਕ ਵੀ ਹੈ ਕਿ ਹਰ ਕੇ ਲੋਕਾਂ ਕੋ ਨਿਤ ਦੱਸੇ ਪਟਵਾਰੀ, ਕਈ ਜਗ੍ਹਾ ਉਹਨਾਂ ਦੀਆਂ ਵੀ ਮਜਬੂਰੀਆਂ ਨੇ। ਮੁੰਡਾ 25 ਪਿੰਡਾਂ ਦਾ ਪਟਵਾਰੀ ਜਰੀਫ ਨਾਲ ਗੁੱਤ ਮਿਣਦਾ, ਇਹ ਵੀ ਹੈ। ਮੁੰਡਾ 25 ਪਿੰਡਾਂ ਦਾ ਪਟਵਾਰੀ, ਅੱਗੇ ਤੇਰੇ ਭਾਗ ਬੱਚੀ। ਕਈ ਇਦਾਂ ਦੇ ਵੀ ਨੇ, ਕਈ ਨਖਿੱਧ ਵੀ ਨੇ, ਕਈ ਕਾਬਲੀਅਤ ਵੀ ਨੇ। ਸੋ ਜ਼ਿੰਦਗੀ ਦੇ ਦੋਨੇ ਪਾਸੇ ਨੇ। ਪਰ ਜਿਸ ਤਰ੍ਹਾਂ ਹੁਣ ਜੁਡੀਸ਼ਰੀ ਰੋਣ ਲੱਗੀ ਹੈ, ਹਾਲਾਤ ਬਹੁਤ ਮਾੜੀ ਹੈ। ਜੇ CBI ਵਰਗੇ ਅਦਾਰੇ ਉਹਨਾਂ ਤੇ ਸਵਾਲ ਖੜੇ ਕਰ ਦਿੱਤੇ ਮਾਣਯੋਗ ਜੱਜ ਸਾਹਿਬ ਰਮੰਨਾ ਸਾਹਿਬ ਨੇ, ਇਹ ਬਹੁਤ ਵੱਡੀ ਅਹਿਮ ਖਬਰ ਹੈ। ਵੈਸੇ ਹੇਠਾਂ ਜੇ ਲਾਈ ਅੱਜ ਤਾਂ 2-3 ਅਖਬਾਰਾਂ ਨੇ ਛੋਟੀ ਮੋਟੀ। ਮਤਲਬ ਇਹ ਮੋਦੀ ਸਰਕਾਰ ਦੀ ਬਹੁਤ ਵੱਡੀ ਫੇਲੀਅਰ ਹੈ ਕਿ ਜੇ ਚੀਫ ਜਸਟਿਸ ਆਫ ਇੰਡੀਆ ਨੂੰ ਦੇਸ਼ ਦੀ ਵੱਡੀ ਏਜੰਸੀ CBI ਦਾ ਨਾਂ ਲੈ ਕੇ ਤੇ ਖੁਫੀਆ ਏਜੰਸੀਆਂ ਦਾ ਨਾਂ ਲੈ ਕੇ ਇਹ ਕਹਿਣਾ ਪਿਆ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ, ਅਸੀਂ ਜਾਈਏ ਤਾਂ ਜਾਈਏ ਕਿੱਥੇ। ਤੁਸੀਂ ਵੇਖੋ ਇਹ ਰੋਣਾ ਚੀਫ ਜਸਟਿਸ ਦਾ, ਜਿਹੜਾ ਬਹੁਤ ਵੱਡੀ ਪਾਵਰ ਹੈ, ਪ੍ਰਧਾਨ ਮੰਤਰੀ ਨੂੰ ਵੀ ਬਾਣੀ ਪਾ ਸਕਦਾ ਹੈ। ਜੇ ਉਹ ਚੀਫ ਜਸਟਿਸ ਆਫ ਇੰਡੀਆ ਵੱਡੇ ਜੱਜ ਸਾਹਿਬ ਰੋਂਦੇ ਨੇ ਤਾਂ ਫਿਰ ਕਿਸ ਅਦਾਲਤ 'ਚ ਜਾਵੇ ਭਾਰਤ ਦੀ ਪਬਲਿਕ, ਹੈ ਨਾ। ਹੁਣ ਉੱਪਰਲਾ ਮੀਆਂ ਤਾਂ ਸੁਣਦਾ ਨਹੀਂ। ਰਾਮ ਦਾ ਰਾਜ ਹੈ, ਸ਼੍ਰੀ ਰਾਮ ਦਾ ਰਾਜ ਹੈ। ਸ਼੍ਰੀ ਰਾਮ ਦੇ ਰਾਜ ਦੇ ਵਿੱਚ ਇਨਸਾਫ ਕਰਨ ਵਾਲੇ ਇਨਸਾਨਾਂ ਦੇ ਇਹ ਹਾਲਾਤ ਨੇ। ਇਹ ਤਾਂ ਪਹਿਲੇ ਜੱਜਾਂ ਨੇ ਤਾਂ ਆਪਣੀ 4 ਜੱਜਾਂ ਨੇ ਤਾਂ ਕੁਰਸੀਆਂ ਲਾ ਕੇ ਵਿਥਿਆ ਸੁਣਾਈ ਸੀ। ਪਰ ਜਿਹੜੇ ਹੁਣ ਮੌਜੂਦਾ ਜੱਜ ਸਾਹਿਬ ਨੇ, ਜਿਹੜੇ ਉਹਨਾਂ ਨੇ ਆਪਣਾ ਇਹ ਰੋਣਾ ਰੋਇਆ, ਕਿੱਡੀ ਮਾਯੂਸੀ ਦੀ ਗੱਲ ਹੈ। ਤੇ ਫਿਰ ਪਬਲਿਕ ਵਿਚਾਰੀ ਦਾ ਕੌਣ ਵਾਲੀ ਵਾਰਸ ਹੈ? ਉਹ ਕਹਿੰਦੇ ਕਿ ਇੱਥੇ ਤੇ ਤੂੰ ਕਾਲੇ ਚੰਮ ਨੂੰ ਰੋਣਾ, ਇੱਥੇ ਤੇ ਕਲਗੀਆਂ ਵਾਲੇ ਰੋੜੇ ਜਾਂਦੇ ਨੇ। ਆ ਜਿਹੜੇ ਕਲਗੀਆਂ ਵਾਲੇ ਵਿਚਾਰੇ ਹੁਣ ਰੋ ਰਹੇ ਨੇ, ਜਿਨ੍ਹਾਂ ਨੂੰ ਅਦਾਲਤ ਨੂੰ ਵੀ ਮੀਡੀਆ ਨੂੰ ਵੀ ਮਾਣਯੋਗ ਅਦਾਲਤ ਕਹਿਣਾ ਪੈਂਦਾ, ਭਾਵੇਂ ਅਗਲਾ ਕਿੱਦਾਂ ਦਾ ਹੀ ਹੋਵੇ। ਸੋ ਜੇ ਉਹ ਖੁਫੀਆ ਏਜੰਸੀਆਂ ਦੀ ਕਾਰਗੁਜ਼ਾਰੀ ਤੇ ਬਾਈ ਜੀ ਸਵਾਲ ਖੜੇ ਕਰਦੇ ਨੇ ਤੇ ਇਸ ਤੋਂ ਟੂ ਬੈਡ ਹੋਰ ਕੀ ਹੋ ਸਕਦਾ ਹੈ ਜੀ। ਦੇਖੋ ਗੱਲ ਇਹ ਹੈ ਕਿ ਆਪਾਂ ਜੁਡੀਸ਼ਰੀ ਦੀ ਗੱਲ ਕੀਤੀ, ਜੁਡੀਸ਼ਰੀ 'ਚ ਕਿੰਨੀਆਂ ਕਮੀਆਂ ਨੇ। ਕਮੀਆਂ ਹਰ ਡਿਪਾਰਟਮੈਂਟ ਦੇ ਵਿੱਚ ਆ, ਠੀਕ ਹੈ। ਜੇ ਅਸੀਂ ਕਹਿ ਦਈਏ ਜੁਡੀਸ਼ਰੀ ਸਾਰੀ ਦੁੱਧ ਧੋਤੀ ਹੈ, ਦੁੱਧ ਧੋਤੀ ਨਹੀਂ ਗੀ। ਜੇ ਅਸੀਂ ਕਹਿ ਦਈਏ ਕਿ ਬਿਊਰੋਕ੍ਰੇਸੀ ਸਾਰੀ ਦੁੱਧ ਧੋਤੀ ਹੈ, ਦੁੱਧ ਧੋਤੀ ਨਹੀਂ ਹੈ, ਠੀਕ ਹੈ। CBI ਉਹੀ CBI ਆ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਦੂਸਰਾ ਪਿੰਜਰੇ ਦਾ ਤੋਤਾ ਨਹੀਂ, ਉਹ ਤਾਂ ਉਹਨਾਂ ਦੇ ਡਾਇਰੈਕਟਰ ਨੇ ਕੀਤੀ ਸੀ, ਜਿਹੜਾ CBI ਦਾ ਡਾਇਰੈਕਟਰ ਸੀ ਨਾ ਰਣਜੀਤ ਸੇਨਾ, ਕਿ CBI ਕਾਹਦੀ ਆ ਵਿਚਾਰੀ ਪਿੰਜਰੇ ਦਾ ਤੋਤਾ ਹੈ। ਅੱਜ ਜਿਵੇਂ ਹੁਣ ਪਿਛਲੇ ਦਿਨ ਹੀ ਆ CBI ਦਾ ਡਾਇਰੈਕਟਰ ਹੀ ਸੀ ਜਿਹਦੇ ਤੇ ਜਾਂਚ ਸ਼ੁਰੂ ਹੋ ਗਈ ਹੈ, ਜਿਹਦਾ ਆ ਦਿੱਲੀ ਦੇ DGP ਬਣੇ ਅਸਥਾਨਾ ਨਾਲ ਪੰਗਾ ਪਿਆ ਹੋਇਆ ਸੀਗਾ।
ਉਹਦੀ ਜਾਂਚ ਸ਼ੁਰੂ ਹੋ ਗਈ, ਉਹਦੀ ਪੈਨਸ਼ਨ ਰੋਕ ਦਿੱਤੀ ਹੈ। ਇਹ ਹਾਲਾਤ ਨੇ ਇਹਨਾਂ ਅਫਸਰਾਂ ਦੇ ਵੀ, ਜਦੋਂ ਰਿਟਾਇਰ ਹੋ ਜਾਂਦੇ ਨੇ ਤੇ ਫਿਰ ਲੂਸ ਕਰਦੇ ਫਿਰਦੇ ਨੇ। ਜਿਵੇਂ ਆ ਪੰਜਾਬ ਦੇ 2 DGP ਸੀਗੇ, ਕਾਲੋਂ ਸਾਹਿਬ ਤੇ ਦੂਸਰਾ ਵਿਰਕ ਸਾਹਿਬ, ਹੈ ਨਾ। ਇੱਕ ਦਾ ਵਸੀਲਾ ਸੀ, ਇੱਕ ਦੀ ਚਿਮਨੀ ਸੀ, ਰਿਜ਼ੋਰਟ ਸੀ ਜਿਨ੍ਹਾਂ ਦੇ, ਕਿਸੇ ਦੇ ਵਸੀਲੇ 'ਚੋਂ ਧੂੰਆਂ ਨਿਕਲਦਾ ਸੀ, ਕਿਸੇ ਦੀ ਚਿਮਨੀ 'ਚੋਂ ਨਿਕਲਦਾ ਸੀ। ਸੋ ਰਿਟਾਇਰ ਹੋਣ ਤੋਂ ਬਾਅਦ ਹੁਣ ਸੁਮੇਧ ਸੈਣੀ ਦਾ ਕੀ ਹਾਲ ਵੇਖ ਲਓ, ਕਿਵੇਂ ਬਲੂੰ ਕਰਦੇ ਫਿਰਦੇ ਆ, ਕਦੇ ਸਿੱਕਾ ਚੱਲਦਾ ਸੀ। ਪਰ ਇਹ ਜਿਹੜੀਆਂ ਏਜੰਸੀਆਂ ਦੇ ਪ੍ਰਮੁੱਖ ਨੇ, ਇਹ ਜਿਹੜੇ ਪੁਲਿਸ ਦੇ ਪ੍ਰਮੁੱਖ ਨੇ, ਇਹ ਵੀ ਆਪਣੀ ਔਕਾਤ ਜਾਂ ਆਪਣੀ ਦਾਇਰੇ 'ਚ ਨਹੀਂ ਰਹਿੰਦੇ। ਸਿਆਸਤਦਾਨਾਂ ਦੇ ਢਹੇ ਚੜਾਏ ਹੋਏ ਨਾ, ਇਹ ਵੀ ਰੱਬ ਨੂੰ ਟੱਬ ਦੱਸਦੇ ਨੇ। ਜਦੋਂ ਰਿਟਾਇਰ ਹੋ ਜਾਂਦੇ ਨੇ ਫਿਰ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਚੀਫ ਜਸਟਿਸ ਆਫ ਇੰਡੀਆ ਤਰਲੇ ਲੈਂਦਾ ਇੱਕ ਪਾਰਟੀ ਦਾ MP ਬਣਨ ਦੇ। ਜੀ ਸੁਰਿੰਦਰ। ਨਹੀਂ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ। ਗੱਲ ਇਹ ਹੈ ਕਿ ਸਿਸਟਮ ਕਿੱਥੋਂ ਸੁਧਰੇਗਾ? ਸਭ ਤੋਂ ਪਹਿਲਾਂ ਕਰਪਸ਼ਨ ਬੰਦ ਹੋਵੇ। ਕਰਪਸ਼ਨ ਥੱਲੇ ਤੋਂ ਬੰਦ ਨਹੀਂ ਹੋਣੀ, ਕਰਪਸ਼ਨ ਉੱਪਰ ਤੋਂ ਹੋਣੀ ਹੈ। ਰਾਸ਼ਟਰਪਤੀ ਤੇ ਪ੍ਰਾਈਮ ਮਿਨਿਸਟਰ ਤੇ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਉੱਥੋਂ ਉੱਪਰੋਂ ਥੱਲੇ ਨੂੰ ਹੁੰਦਾ ਹੋਵੇ ਸਾਰਾ ਕੁਝ, ਫੇਰ ਬੰਦ ਹੋਣੀ ਆ। ਜੇ ਕੋਈ ਨੀਚੇ ਤੋਂ ਉੱਪਰ ਨੂੰ ਚੱਲ ਜਾਵੇ, ਨੀਚੇ ਤੋਂ ਉੱਪਰ ਨੂੰ ਜਿਹੜੀ ਆ ਉਹ ਕਰਪਸ਼ਨ ਬੰਦ ਨਹੀਂ ਹੋਣੀ। ਕਰਪਸ਼ਨ ਉੱਪਰੋਂ ਬੰਦ ਹੁੰਦੀ ਆਏਗੀ, ਥੱਲੇ ਆਉਂਦੀ ਆਪਣੇ ਆਪ ਬੰਦ ਹੋ ਜਾਏਗੀ। ਪਰ ਵੱਧ ਕੇ ਸੁਣਤੀ ਇਹ ਕੁਝ ਨਹੀਂ ਹੋ ਸਕਦਾ। ਹੋਰ ਕਿਤੇ ਹੋ ਜਾਏ ਪਰ ਇੰਡੀਆ 'ਚ ਨਹੀਂ ਹੋ ਸਕਦਾ, ਜੋ ਮਰਜ਼ੀ ਕਰ ਲਓ। ਖਾਸ ਕਰਕੇ ਮੋਦੀ ਸਾਹਿਬ ਦੀ ਟਰਮ 'ਚ ਤਾਂ ਬਹੁਤ ਮੁਸ਼ਕਿਲ ਹੈ, ਕਿਉਂਕਿ ਠੀਕ ਹੈ ਪਹਿਲਾਂ ਵੀ ਕੁਛ ਸੀ, ਪਰ ਹੁਣ ਜਿਵੇਂ ਜੱਜ ਰੋਣ ਲੱਗੇ ਨੇ, ਯਾਰ ਪਬਲਿਕ ਜਾਊ ਕਿੱਥੇ? ਹੈਰਾਨੀ ਇਸ ਗੱਲ ਦੀ ਹੈ ਕਿ ਸਾਨੂੰ ਇੰਨਾ ਖਤਰਾ, ਸਾਡੀ ਕੋਈ ਏਜੰਸੀ ਸੁਣਵਾਈ ਨਹੀਂ ਕਰਦੀ। ਲਾਹਨਤ ਹੈ ਸਿਸਟਮ ਦੇ। ਨਹੀਂ ਮੈਂ ਉਹਦੇ ਨਾਲ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ। ਦੇਖੋ, ਜਿੱਥੋਂ ਤੱਕ ਜੁਡੀਸ਼ਲੀ 'ਚ ਰਿਸਕ ਬਹੁਤ ਆ, ਠੀਕ ਹੈ, ਪਰ ਜੁਡੀਸ਼ਲੀ 'ਚ ਰਿਸਕ ਆ ਤੇ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਏਜੰਸੀਆਂ ਦੀ ਆ। ਦੂਸਰੀ ਗੱਲ, ਏਜੰਸੀਆਂ ਕੋਲੇ ਹੀ ਸਾਰੀ ਇਨਪੁਟ ਹੁੰਦੀ ਆ, ਠੀਕ ਹੈ, ਕਿ ਕਿੱਥੇ ਕੀ ਵਾਪਰਿਆ ਜਾਂ ਵਾਪਰਨਾ, ਉਹਨਾਂ ਨੂੰ ਉਹਨਾਂ ਦੇ ਲਿੰਕ 'ਚ ਹੋਣਾ ਜ਼ਰੂਰੀ ਆ। ਸਰਕਾਰ ਤੋਂ ਇਨਫੋਰਮੇਸ਼ਨ ਜਿਹੜੀ ਘੱਟੋ ਘੱਟ ਚੀਫ ਜਸਟਿਸ ਆਫ ਇੰਡੀਆ ਨੂੰ ਤੇ ਜਾਵੇ, ਸਟੇਟ ਆ, ਸਟੇਟ ਦੇ ਥਰੂ ਘੱਟੋ ਘੱਟ ਹਾਈ ਕੋਰਟ ਦਾ ਚੀਫ ਜਸਟਿਸ ਆ ਉਹਦੇ ਤੱਕ ਤਾਂ ਜਾਵੇ ਕਿ ਕੀ ਕੁਛ ਵਾਪਰ ਰਿਹਾ, ਠੀਕ ਹੈ, ਉਹ ਜਾਣੀ ਤਾਂ ਚਾਹੀਦੀ ਆ। ਨਹੀਂ ਤਾਂ ਫਿਰ ਸੁਰੱਖਿਆ ਏਜੰਸੀਆਂ ਕਾਹਦੀਆਂ ਨੇ? ਹਾਂ ਬਾਈ ਜੀ, ਜੇ ਹੇਠਲੇ ਪੱਧਰ ਤੇ ਆਈਏ, ਸਰੋਤਿਆਂ ਦੀ ਜਾਣਕਾਰੀ ਲਈ ਦੱਸੇ, ਕਿਉਂਕਿ ਜਿਹੜੀਆਂ ਸਟੇਟ ਜਿਵੇਂ ਹੁਣ ਪਟਿਆਲਾ 'ਚ ਆ ਜਾਂ ਨਾਭਾ 'ਚ ਵੀ ਹੈ, ਹਰ ਜਗ੍ਹਾ CID ਦੇ ਮੁਲਾਜ਼ਮ ਤੈਨਾਤ ਨੇ, ਹੇਠਲੇ ਪੱਧਰ ਤੇ ਵੀ ਤੇ ਉੱਪਰ ਵੀ ਦਫ਼ਤਰ ਨੇ, IB ਦਾ ਹੈ, ਰਾਹ ਦਾ ਹੈ, ਸਾਰਾ ਕੁਝ ਹੈਗਾ। ਹੁਣ ਹੇਠਲੇ ਪੱਧਰ ਤੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਰੋਜ਼ ਦੇ ਅਹਿਮ ਫੈਸਲੇ ਨੇ, ਉਹਨਾਂ ਦੀ ਸਾਰਿਆਂ ਦੀ ਰਿਪੋਰਟਿੰਗ ਜਾਂਦੀ ਹੈ ਕਿ ਕਿਸ ਕੇਸ ਦੇ ਵਿੱਚ ਕਿਹੜਾ ਮੁਜਰਮ ਜਿਹੜਾ ਹੈ ਅਦਾਲਤ ਪਹੁੰਚਿਆ, ਕਿਹੜਾ ਬਖਸ਼ੀਖਾਨੇ ਦੇ ਵਿੱਚ ਕੀ ਕਰਦਾ ਰਿਹਾ, ਸਾਰਾ ਕੁਝ। ਈਵਨ ਬਹੁਤ ਸਾਰੇ ਜਿਹੜੇ CID ਦੇ ਪੰਜਾਬ ਪੁਲਿਸ ਦੇ ਕੰਮ ਕਰਦੇ ਲੋਕ ਨੇ, ਉਹਨਾਂ ਦਾ ਪ੍ਰੈਸ ਨਾਲ ਬਹੁਤ ਰਾਬਤਾ ਹੁੰਦਾ, ਇੱਕ ਦੂਸਰੇ ਨੂੰ ਖਬਰਾਂ ਦਾ ਆਦਾਨ ਪ੍ਰਦਾਨ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਕਿਸ ਕੇਸ ਦੇ ਵਿੱਚ ਕਿਹਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਜਿਵੇਂ ਹੁਣ ਗੈਂਗਵਾਰ ਵਧੀ ਹੈ, ਹਰ ਅਦਾਲਤ ਦੇ ਵਿੱਚ ਜਦੋਂ ਇਹ ਗੈਂਗਸਟਰ ਆਉਂਦੇ ਨੇ, ਬਖਸ਼ੀਖਾਨੇ ਦੇ ਆਲੇ ਦੁਆਲੇ ਕੌਣ ਚਾਹ ਲੈ ਕੇ ਜਾਂਦਾ, ਕੌਣ ਉੱਥੇ ਰੋਟੀ ਮੁਹੱਈਆ ਕਰਦਾ, ਈਵਨ ਕਿਹੜਾ ਪੋਚਾ ਲਾ ਕੇ ਜਾਂਦਾ, ਉਹਦਾ ਸਾਰਾ ਡਾਟਾ ਬਣਦਾ ਕਿ ਕੋਈ ਅਜਿਹੀ ਚੀਜ਼ ਨਾ ਰੱਖ ਦੇਵੇ ਬਖਸ਼ੀਖਾਨੇ 'ਚ ਜਿੱਥੇ ਇਹਨਾਂ ਨੂੰ ਤਾੜਿਆ ਹੁੰਦਾ ਲਿਆ ਕੇ। ਹਰ ਜੱਜ ਦੇ, ਹਰ ਜਿਹੜਾ ਦੋਸ਼ੀ ਹੈ ਸਜ਼ਾ ਜਾਫਤਾ, ਉਹਦਾ ਕਿਹੜਾ ਰਿਸ਼ਤੇਦਾਰ ਕਿਹੜੀ ਗੱਡੀ 'ਚ ਆਇਆ, ਇਹ ਰੋਜ਼ ਰਿਪੋਰਟਿੰਗ ਪੁਲਿਸ ਕੋਲ ਹੁੰਦੀ ਹੈ। ਹੁਣ ਜਿਹੜੇ ਉਹ ਸਾਰੇ ਜਿਹੜੇ CID ਦੇ ਵਰਕਰ ਨੇ, ਅਧਿਕਾਰੀ ਨੇ, ਉਹਨਾਂ ਦਾ ਰੋਜ਼ ਪ੍ਰੈਸ ਦੇ ਨਾਲ ਰਾਬਤਾ। ਕਈ ਵਾਰੀ ਉਹ ਆਪਣੇ ਕੰਮ 'ਚ ਬਿਜੀ ਹੁੰਦੇ ਨੇ, ਪ੍ਰੈਸ ਤੋਂ ਖਬਰਾਂ ਲੈ ਲੈਂਦੇ ਨੇ ਜਾਂ ਦੇ ਦਿੰਦੇ ਨੇ। ਬਹੁਤ ਵਧੀਆ ਰਿਸ਼ਤਾ ਦੋਨਾਂ ਦਾ, ਖਬਰਾਂ ਦੇ ਆਦਾਨ ਪ੍ਰਦਾਨ ਦਾ, ਕਿ ਕਿੰਨਾ ਕੁ ਇਕੱਠ ਹੋ ਸਕਦਾ, ਕਿਹੜੀ ਤਰੱਕੀ ਕਰ ਸਕਦੀ ਹੈ। ਹੁਣ ਜਿਵੇਂ ਇਹ ਝਾਰਖੰਡ ਦੇ ਜੱਜ ਦਾ ਕਤਲ ਹੋਇਆ, ਇਹ ਸਾਰਾ ਕੁਝ ਪਤਾ ਹੁੰਦਾ ਕਿ ਕਿਹੜੇ ਕਿਹੜੇ ਕੇਸਾਂ ਦੀ ਸੁਣਵਾਈ ਕਰਦੀ ਹੈ, ਜਿਹੜਿਆਂ ਨੂੰ ਇਹ ਟੰਗ ਰਿਹਾ ਤੇ ਉਹ ਕਿੱਡੇ ਕੁ ਖਤਰਨਾਕ ਨੇ। ਜੇ ਹੇਠਲੇ ਪੱਧਰ ਤੇ ਪੁਲਿਸ ਦੇ CID ਵਿੰਗ ਨੂੰ ਇਸ ਗੱਲ ਦਾ ਇਲਮ ਹੈ ਕਿ ਕਿਹੜੇ ਜੱਜ ਦੀ ਜਾਨ ਨੂੰ ਕਿੰਨਾ ਕੁ ਖਤਰਾ, ਉਹਨਾਂ ਕੋਲ ਸਾਰਾ ਡਾਟਾ ਹੈ, ਤੇ ਫਿਰ CBI ਨੂੰ ਜਾਂ ਉਹਨਾਂ ਨੂੰ ਕਿਤੇ ਇਨਪੁਟ ਨਹੀਂ ਹੈਗੀ। ਸੋ ਇਸ ਕਰਕੇ ਜੱਜ ਸਾਹਿਬ ਰਮੰਨਾ ਸਾਹਿਬ ਦਾ ਜਿਹੜਾ ਰੋਣਾ ਉਹ ਜਾਇਜ਼ ਆ ਬਾਈ ਜੀ। ਗੱਲ ਇਹ ਹੈ ਕਿ ਇਹ ਜਿਹੜਾ ਪੁਲਿਸ ਤੰਤਰ ਦੇ ਵਿੱਚ ਪੁਲਿਸ ਪੋਲੀਟੀਕਲ ਘੁਸਪੈਠ ਹੋ ਗਈ ਹੈ। ਪੁਲਿਸ ਵਾਲੇ ਵੀ ਮਜਬੂਰ ਨੇ, ਕਿਉਂਕਿ ਰਾਜਨੇਤਾ ਜੋ ਚਾਹੁੰਦੇ ਨੇ ਉਹੀ ਫੈਸਲੇ ਜੱਜਾਂ ਤੋਂ ਕਰਵਾਉਂਦੇ ਨੇ, ਨਹੀਂ ਤਾਂ ਫਿਰ ਧਮਕਾਉਂਦੇ ਨੇ ਤੇ ਫਿਰ ਸਵਰਗ ਜਾਂ ਨਰਕ ਪਹੁੰਚਾਉਂਦੇ ਨੇ। ਸੋ ਇਸ ਕਰਕੇ ਜਿਹੜਾ ਚੀਫ ਜਸਟਿਸ ਰਮੰਨਾ ਸਾਹਿਬ ਨੇ ਇਹ ਜਿਹੜਾ ਰੋਣਾ ਰੋਇਆ, ਬਿਲਕੁਲ ਸਹੀ ਹੈ ਕਿ ਮੋਦੀ ਸਾਹਿਬ ਘੱਟੋ ਘੱਟ ਜੇ ਰਾਮ ਰਾਜ ਦੀ ਗੱਲ ਕਰਦੇ ਆ ਤਾਂ ਰਾਮ ਰਾਜ ਦੇ ਵਿੱਚ ਇਨਸਾਫ ਦੇਣ ਵਾਲੀਆਂ ਇਹ ਜਿਹੜੀਆਂ ਸੰਸਥਾਵਾਂ ਨੇ, ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਆਮ ਬੰਦੇ ਦੀ ਸੁਰੱਖਿਆ ਤਾਂ ਚਲੋ ਬਾਅਦ 'ਚ ਕਰ ਲਿਓ, ਪਰ ਘੱਟੋ ਘੱਟ ਆਮ ਬੰਦਿਆਂ ਨੂੰ ਸੁਰੱਖਿਆ ਦੇਣ ਵਾਲੇ ਜਿਹੜੇ ਜੱਜ ਨੇ ਉਹ ਤਾਂ ਘੱਟੋ ਘੱਟ ਆਜ਼ਾਦ ਨਾ ਹੋਣ, ਨਾ ਉਹਨਾਂ ਨੂੰ ਤਾਂ ਡਰ ਖੌਫ ਨਾ ਹੋਵੇ
ਕੀ ਕਹਿਣਾ ਚਾਹੋਗੇ ਇਸ ਤੇ ਆਖਰ ਦੇ ਵਿੱਚ? ਤੇ ਦੂਸਰੇ ਪਾਸੇ ਮੈਨੂੰ ਪਵਨ ਬਾਂਸਲ ਯਾਦ ਆਉਂਦਾ ਹੈ, ਰੇਲਵੇ ਮੰਤਰੀ ਕਾਂਗਰਸ ਦਾ ਚੰਡੀਗੜ੍ਹ ਤੋਂ। ਉਹਦੇ ਭਾਣਜੇ ਨੇ ਵੀ ਇੱਕ ਬਹੁਤ ਵੱਡਾ ਘਪਲਾ ਕਰਿਆ ਸੀ ਤੇ ਪਾਰਲੀਮੈਂਟ 'ਚ ਫਿਰ ਮਾਮੂ ਰੌਲਾ ਪਿਆ ਸੀ। ਪਰ ਹੁਣ ਸੈਸ਼ਨ ਤਾਂ ਹੈ ਨਹੀਂ, ਪਰ ਫਿਰ ਵੀ ਜਦੋਂ ਜਲਾਲਪੁਰ ਸਾਹਿਬ ਵਿਰੋਧੀਆਂ ਦੇ ਸਾਹਮਣੇ ਆਉਣਗੇ ਤੇ ਵਿਰੋਧੀਆਂ ਨੇ ਮਾਮੂ ਕਹਿ ਕੇ, ਖਾਸ ਕਰਕੇ ਅਕਾਲੀਆਂ ਨੇ ਆਪਣੇ ਇਲਾਕੇ ਦੇ, ਤੁਹਾਨੂੰ ਪਤਾ ਹੀ ਹੈ ਚੰਦੂ ਮਾਜਰਾ ਹੋਣੀ ਜਾਂ ਹੋਰ ਬੜੇ ਤੇਜ਼ ਨੇ, ਇਹਨਾਂ ਨੇ ਮਾਮੂ ਕਹਿ ਕੇ ਜਲਾਲਪੁਰ ਨੂੰ ਭੰਡਣਾ। ਕਿਉਂਕਿ ਜਲਾਲਪੁਰ ਸਾਹਿਬ ਦੇ ਜਿਹੜੇ ਭਣੇਵੇਂ ਨੇ, ਜਸਦੇਵ ਸਿੰਘ ਫੂਡ ਇੰਸਪੈਕਟਰ ਸੀਗੇ ਜੰਡਿਆਲਾ ਵੱਲ ਆਪਣੇ, ਉੱਥੇ ਉਹਨਾਂ ਨੇ ਘਪਲਾ ਕੀਤਾ 16 ਕਰੋੜ ਰੁਪਏ ਦੀ ਸਰਕਾਰੀ ਕਣਕ ਦਾ। ਇਸ ਸੰਬੰਧੀ ਜਲਾਲਪੁਰ ਦਾ ਕਹਿਣਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਤਾਲੁਕ ਨਹੀਂ, ਇਹ ਗਰੀਬ ਲੋਕਾਂ ਦੇ ਵਾਸਤੇ ਰੱਖੀ ਹੋਈ 16 ਕਰੋੜ ਦੀ ਕਣਕ ਗਾਇਬ ਹੋ ਗਈ ਹੈ ਤੇ ਅਕਾਲੀਆਂ ਦੀਆਂ ਵਾਛਾਂ ਖਿੜ ਗਈਆਂ ਨੇ, ਖਾਸ ਕਰਕੇ ਘਨੌਰ ਇਲਾਕੇ ਦੇ ਵਿੱਚ, ਕਿ ਹੁਣ ਜਲਾਲਪੁਰ ਆਇਆ ਕਾਬੂ ਹੇਠ, ਆਪਾਂ ਤਾਂ ਹੁਣ ਇਹਦੀ ਪੂਰੀ ਬ੍ਰਾਂਡਿੰਗ ਕਰਨੀ ਹੈ, ਇਹਦੀ ਤੇ ਇਹਦੇ ਭਾਣਜੇ ਦੀ। ਜਲਾਲਪੁਰ ਵਿਚਾਰਾ ਫਸਿਆ ਹੋਇਆ, ਕਹਿੰਦਾ ਵੀ ਮੈਂ ਉਹਦੀ ਕੋਈ ਸਹਾਇਤਾ ਨਹੀਂ ਕੀਤੀ, ਇੱਕ ਵਾਰੀ ਇੰਨੀ ਜ਼ਰੂਰ ਮਦਦ ਕੀਤੀ ਹੈ, ਮੈਂ ਇਹ ਜ਼ਰੂਰ ਕਿਹਾ ਸੀਗਾ ਮਹਿਕਮੇ ਨੂੰ ਕਿ ਭਾਈ ਇਹ ਮਾਨਸਿਕ ਤੌਰ ਤੇ ਬਿਮਾਰ ਆ, ਇਹਦਾ ਖਿਆਲ ਰੱਖੋ। ਪਰ ਇੱਕ ਮਾਨਸਿਕ ਬਿਮਾਰ ਵਿਅਕਤੀ 16 ਕਰੋੜ ਰੁਪਏ ਦਾ ਘਪਲਾ ਕਿਵੇਂ ਕਰ ਗਿਆ, 16 ਕਰੋੜ ਦੀ ਕਣਕ ਦਾ? ਸੋ ਪਹਿਲੀ ਖਬਰ ਤੇ ਕਰੋ ਅਪਡੇਟ। ਫਿਰ ਇਹ ਵੀ ਮਾਮਲਾ ਹੁਣ ਅਦਾਲਤ ਦੇ ਵਿੱਚ ਹੈ। ਜਲਾਲਪੁਰ ਹੋਰਾਂ ਦਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ? ਜੀ ਸੁਰਿੰਦਰ ਜੀ।